ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਬਿਘਨਨ ਹਰ ਗੋਬਿੰਦ ਸ਼ੁਭ ਮਤ। ਸ਼੍ਰੀ ਹਰਿ ਰਾਇ ਨਮੋ ਕਰ ਜੋਰਿ ਨਮੋ। ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋ। ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਦੋ ਇੱਕ ਦਿਨ ਤਵ ਐਸ ਬਿਤਈ। ਤੀਜੇ ਦਿਨ ਗੁਰ ਨਿਕਸਤ ਪਈ। ਧੋਤੀ ਕਟ ਮੋਢੇ ਵੈ ਪਰਨੋ। ਬੋਲੇ ਨਾ ਜਨ ਖੜਿਓ ਡਰਨੋ। ਪਈ ਖਬਰ ਤਵ ਲੋਕ ਚਲ ਆਏ। ਆਗੇ ਪਾਛੇ ਚੈਤ ਬੁਲਾਏ। ਜੈ ਰਾਮ ਸੁਨ ਕੈ ਤੁਰਤ ਸੋਤਾਇਓ। ਦੌਲਤ ਖਾਨ ਅਚੰਬੇ ਆਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ जुड़ बैठी गुरु की साजी और नवाजी हुई। गुरु का खास रूप गुरु खालसा साध संगत जियो। सतगुरु नौवें पातशाह जी दे पावन पवित्र सचखंड दरबार अंदर संध्या वेले दे सजे हुए दीवाना च हाजरियां भर के शहीदां दे सरताज जगत गुरु श्री गुरु अर्जन देव साहब जी महाराज जी की पावन शहादत नूं कोटि कोटि प्रणाम कर रहे हो, नमस्कार कर रहे हो। तरण गगन नव खंड में जोत सब रूपी रहो भार।
ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪਰਮੇਸ਼ਰ ਵਿੱਚ ਔਰ ਗੁਰੂ ਅਰਜਨ ਸਾਹਿਬ ਵਿੱਚ ਕੋਈ ਭੇਦ ਨਹੀਂ ਹੈ। ਧਰਤੀ ਤੇ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਤੱਖ ਰੂਪ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਇਸੇ ਕਰਕੇ ਭੱਟ ਕਹਿੰਦੇ, ਤਿਨ ਕੇ ਦੁਖ ਕੋਟਕ ਦੂਰ ਗਏ, ਮਥਰਾ ਜਿਨ ਅੰਮ੍ਰਿਤ ਨਾਮ ਪੀਓ। ਭੱਟ ਮਥਰਾ ਜੀ ਕਹਿੰਦੇ, ਜਿਨ੍ਹਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦਾ ਨਾਮ ਜਪਿਆ ਹੈ, ਜਿਨ੍ਹਾਂ ਨੇ ਆਪਣੀ ਰਸਨਾ ਤੋਂ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਆਰਾਧਿਆ ਹੈ, ਉਹਨਾਂ ਦੇ ਕਰੋੜਾਂ ਹੀ ਦੁੱਖ ਦੂਰ ਚਲੇ ਗਏ ਨੇ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਸਮੇਂ ਦੇ ਹੁਕਮਰਾਨ ਬਾਦਸ਼ਾਹ ਜਹਾਂਗੀਰ ਨੇ ਆਪਣੇ ਨਾਲ ਦੇ ਸਾਥੀਆਂ ਦੀ ਕਹਿਵਤ ਤੇ ਮੁਰਤਜ਼ਾ ਖਾਂ ਵਰਗੇ, ਸ਼ੇਖ ਅਹਿਮਦ ਸਰਹੰਦੀ ਵਰਗਿਆਂ ਦੀ ਪੱਟੀ ਪੜਾਈ ਹੋਈ ਸੀ। ਇਹਦਾ ਆਪਣਾ ਮਨ ਵੀ ਸਤਿਗੁਰਾਂ ਦੇ ਬਰਖਲਾਫ ਵੈਰ ਵਿਰੋਧ ਚ ਭਰਿਆ ਹੋਇਆ ਸੀ। ਚੰਦੂ ਵਰਗੇ ਮਲੇਛੇ ਦੇ ਕੰਨ ਭਰ ਰਹੇ ਸੀ ਤੇ ਪ੍ਰਿਥੀ ਚੰਦ ਵਰਗੇ ਸਤਿਗੁਰਾਂ ਦੇ ਖਿਲਾਫ ਜਾ ਜਾ ਕੇ ਪੁਕਾਰਾਂ ਕਰ ਰਹੇ ਸੀ। ਇਹਦਾ ਕਾਰਨ ਸੀ ਕਿ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਿੱਖੀ ਦਾ ਬੜਾ ਪ੍ਰਚਾਰ ਪ੍ਰਸਾਰ ਹੋਇਆ। ਹਜ਼ਾਰਾਂ ਸਖੀ ਸਰਵਰ ਦੇ ਚੇਲੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਸ਼ਰਨ ਚ ਆ ਗਏ। ਅਨੇਕਾਂ ਮੁਸਲਮਾਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦੀ ਮੁਰੀਦੀ ਧਾਰਨ ਕਰ ਲਈ। ਇਹ ਗੱਲ ਸ਼ੇਖ ਅਹਿਮਦ ਸਰਹੰਦੀ ਵਰਗਿਆਂ ਨੂੰ ਬਰਦਾਸ਼ਤ ਨਹੀਂ ਸੀ। ਸਤਿਗੁਰਾਂ ਦਾ ਪ੍ਰਤਾਪ ਇਹਨਾਂ ਕੋਲੋਂ ਨਹੀਂ ਸੀ ਜਰਿਆ ਜਾਂਦਾ। ਇਹਨੂੰ ਧਾਰਮਿਕ ਈਰਖਾ ਕਹਿੰਦੇ। ਤੋ ਈਰਖਾ ਤੇ ਦਵੈਸ਼ ਦੇ ਭਾਂਬੜ ਇਹਨਾਂ ਦੇ ਹਿਰਦਿਆਂ 'ਚ ਬਲਦੇ ਨੇ। ਉਧਰ ਸਹਿਜਾਦਾ ਖੁਸਰੋ ਜੋ ਜਹਾਂਗੀਰ ਦਾ ਪੁੱਤਰ ਸੀ, ਜਦੋਂ ਜਹਾਂਗੀਰ ਬਾਦਸ਼ਾਹ ਬਣਿਆ, ਉਹ ਬਾਗੀ ਹੋ ਕੇ ਜਦੋਂ ਦਿੱਲੀੋਂ ਦੌੜਿਆ ਤੇ ਤਰਨ ਤਾਰਨ ਸਾਹਿਬ ਸਰੋਵਰ ਦੀ ਸੇਵਾ ਕਰਾ ਰਹੇ ਸੀ ਗੁਰੂ ਅਰਜਨ ਸਾਹਿਬ, ਇੱਥੇ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ। ਇੱਥੇ ਤਾਂ ਹੁਣ ਕੋਈ ਆ ਸਕਦਾ ਹੈ। ਗੁਰੂ ਕੇ ਲੰਗਰਾਂ ਚੋਂ ਲੰਗਰ ਛਕਿਆ, ਅਗਲੇ ਦਿਨ ਵਿਦਾ ਹੋ ਗਿਆ। ਬਾਦਸ਼ਾਹ ਨੂੰ ਇਸ ਗੱਲ ਦਾ ਬਹਾਨਾ ਮਿਲ ਗਿਆ। ਈਰਖਾ ਤਾਂ ਉਹਦੇ ਦਿਲ 'ਚ ਪਹਿਲਾਂ ਹੀ ਸਤਿਗੁਰਾਂ ਪ੍ਰਤੀ ਭਰੀ ਹੋਈ ਸੀ ਕਿ ਇਹਨਾਂ ਨੇ ਸਰਕਾਰ ਦੇ ਬਾਗੀ ਨੂੰ ਆਪਣੇ ਕੋਲ ਪਨਾਹ ਦਿੱਤੀ। ਜਦੋਂ ਲਾਹੌਰ ਆਇਆ ਤੇ ਸਤਿਗੁਰਾਂ ਨੂੰ ਆਪਣੇ ਕੋਲ ਸੱਦਿਆ। 5 ਸਿੱਖਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅਰਜਨ ਸਾਹਿਬ ਲਾਹੌਰ ਗਏ। ਬਾਦਸ਼ਾਹ ਦੀ ਕਚਹਿਰੀ ਵਿੱਚ ਸਤਿਗੁਰਾਂ ਦੀ ਪੇਸ਼ੀ ਹੋਈ, ਗੱਲਬਾਤ ਹੋਈ। ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਇਹ ਵੀ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਹੈ, ਉਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਨਹੀਂ ਲਿਖੀ। ਸਤਿਗੁਰਾਂ ਆਖਿਆ ਉਹਦੇ ਵਿੱਚ ਕੇਵਲ ਅਕਾਲ ਪੁਰਖ ਦੀ ਉਪਮਾ ਵਡਿਆਈ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੀ ਜਾਂ ਅਵਤਾਰ ਦੀ ਉਪਮਾ ਨਹੀਂ ਹੈ। ਅਸੀਂ ਤਾਂ ਉਹਦੇ ਵਿੱਚ ਸਾਰੇ ਸੰਸਾਰ ਦੇ ਜੀਆਂ ਨੂੰ ਸਰਬ ਸਾਂਝੀ ਵਾਲਤਾ ਦਾ ਸਾਂਝਾ ਉਪਦੇਸ਼ ਦਿੱਤਾ ਹੈ। ਕਹਿਣ ਲੱਗਾ, ਜੀ ਤੁਸੀਂ ਸਾਡੇ ਬਾਗੀ ਨੂੰ ਪਨਾਹ ਦਿੱਤੀ ਆ, ਉਹਦੇ ਬਦਲੇ 'ਚ 1 ਲੱਖ ਰੁਪਈਆ ਜੁਰਮਾਨਾ ਤੁਹਾਨੂੰ ਲਾਇਆ ਜਾਂਦਾ। ਇਹ ਦੰਡ ਹੈ ਤੁਹਾਡੇ ਤੇ। ਸਤਿਗੁਰਾਂ ਆਖਿਆ ਕਿ ਭੁੱਖੇ ਨੂੰ ਭੋਜਨ ਚਕਾਣ ਦਾ ਕਿਹੜਾ ਦੰਡ ਹੋਇਆ ਭਾਈ? ਉਹ ਬਾਗੀ ਤੇਰਾ ਸੀ, ਜੇ ਸਾਡੇ ਘਰ ਆਇਆ ਤੇ 2 ਪ੍ਰਸ਼ਾਦੇ ਛਕ ਕੇ ਚਲਾ ਗਿਆ। ਇਹਦੇ ਵਿੱਚ ਦੰਡ ਲਾਣ ਦਾ ਕੀ ਮਤਲਬ ਹੈ? ਕਹਿੰਦਾ ਜੀ ਇਹ ਤਾਂ ਹੁਣ ਲੱਗੇਗਾ। ਸਤਿਗੁਰਾਂ ਆਖਿਆ ਅਸੀਂ ਨਹੀਂ ਦੇਣਾ। ਚੰਦੂ ਕੋਲ ਬੈਠਾ ਸੀ, ਕਹਿੰਦਾ ਮੇਰੇ ਹਵਾਲੇ ਕਰ ਦਿਓ ਸਤਿਗੁਰਾਂ ਨੂੰ, ਮੈਂ ਇਹਨਾਂ ਕੋਲੋਂ ਵਸੂਲ ਕਰਾਂਗਾ। ਇਹ ਆਪਣੀ ਹਵੇਲੀ 'ਚ ਸਤਿਗੁਰਾਂ ਨੂੰ ਲੈ ਕੇ ਪਹੁੰਚਿਆ। ਉੱਥੇ ਜਾ ਕੇ ਅਨੇਕਾਂ ਪ੍ਰਕਾਰ ਦੇ ਤਸੀਹੇ ਸਤਿਗੁਰਾਂ ਨੂੰ ਦਿੱਤੇ। ਤੱਤੀ ਤਵੀ ਤੇ ਬਿਠਾਇਆ, ਉਬਲਦੀ ਹੋਈ ਦੇਗ ਦੇ ਪਾਣੀ ਵਿੱਚ ਉਬਾਲਿਆ
ਬਲਦਾ ਤਪਦਾ ਰੇਤ ਸਾਹਿਬ ਦੇ ਤਨ ਤੇ ਪਾਇਆ। ਪਰ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਤੁਧ ਭਾਵੈ ਸਾਈ ਭਲੀ ਕਾਰ ਦੇ ਬਚਨਾਂ ਦੇ ਉੱਤੇ ਖਰੇ ਉਤਰੇ ਨੇ ਕਿ ਜੋ ਵਾਹਿਗੁਰੂ ਪਰਮੇਸ਼ਰ ਨੂੰ ਭਾਰਿਆ ਉਹੀ ਭਲਾ ਹੈ, ਉਹਦੇ ਕੀਤੇ ਵਿੱਚ ਰਾਜੀ ਹਨ, ਨਿਰੰਕਾਰ ਦੀ ਮਰਜ਼ੀ ਵਿੱਚ ਰਾਜੀ ਹਨ। ਚਾਹੇ ਕਿ ਸਾਈਂ ਮੀਆਂ ਮੀਰ ਜੀ ਜੈਸੇ ਮਹਾਂਪੁਰਸ਼ਾਂ ਨੇ, ਬਾਬਾ ਬਿਧੀ ਚੰਦ ਸਾਹਿਬ ਜੀ ਵਰਗੇ ਗੁਰਸਿੱਖਾਂ ਨੇ ਇਤਰਾਜ਼ ਪ੍ਰਗਟ ਕੀਤਾ, ਮਹਾਰਾਜ ਇਹਨਾਂ ਪਾਪੀਆਂ ਨੂੰ ਮਾਰ ਦੇਣਾ ਚਾਹੀਦਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦਾ ਹੁਕਮ ਹੈ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਐਸੀ ਮਹਾਨ ਸ਼ਹਾਦਤ ਜਦੋਂ ਰਾਵੀ ਦਰਿਆ ਦੇ ਕਿਨਾਰੇ ਅੱਜ ਦੇ ਦਿਨ ਗਏ, 4 ਦਿਨਾਂ ਤੋਂ ਮਹਾਰਾਜ ਜੀ ਨੇ ਜਲ ਨਹੀਂ ਸੀ ਛਕਿਆ। ਚੰਦੂ ਦੀ ਨੂੰਹ ਵੀ ਲਿਆਈ ਸੀ ਸਤਿਗੁਰਾਂ ਦੇ ਪਾਸ ਜਲ, ਮਹਾਰਾਜ ਜੀ ਨੇ ਪ੍ਰਵਾਨ ਨਹੀਂ ਕੀਤਾ। ਗਰੀਬ ਨਵਾਜ ਜੀ ਰਾਵੀ ਦਰਿਆ ਵਿੱਚ ਜਾ ਕੇ ਜਲ ਛਕਿਆ, ਇਸ਼ਨਾਨ ਪਾਨ ਕਰਕੇ ਕਿਨਾਰੇ ਤੇ ਬਹਿ ਕੇ ਸਿੱਖਾਂ ਨੂੰ, ਜਿਹੜੇ 5 ਸਿੱਖ ਨਾਲ ਗਏ ਸਨ, ਹੁਕਮ ਕੀਤਾ ਕਿ ਤੁਸੀਂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ, ਚੰਦੂ ਨੇ ਹੁਣ ਤੁਹਾਡੇ ਵੱਲ ਨਹੀਂ ਆਉਣਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਕਹਿਣਾ ਸਾਡਾ ਹੁਕਮ ਸੁਣਾਉਣਾ, ਬਾਕੀ ਮਰਿਆਦਾ ਉਹੀ ਰੱਖਣੀ ਹੈ ਜਿਹੜੀ ਸਾਡੇ ਸਮੇਂ ਤਾਈਂ ਚੱਲਦੀ ਆਈ ਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇੱਕ ਨਵੀਂ ਮਰਿਆਦਾ ਗੁਰੂ ਘਰ ਵਿੱਚ ਜੰਗ ਯੁੱਧ ਦੀ ਪ੍ਰਾਰੰਭ ਕਰੋ, ਕਿਉਂਕਿ ਹੁਣ ਇਹਨਾਂ ਨੇ ਸਾਡੇ ਧਰਮ ਨੂੰ ਖੋਹਣ ਦਾ ਯਤਨ ਕੀਤਾ, ਤਾਂ ਜੇ ਧਰਮ ਨੂੰ ਖੋਹਣ ਆਉਣਗੇ ਤਾਂ ਇਹਨਾਂ ਦਾ ਮੁਕਾਬਲਾ ਹੁਣ ਤਲਵਾਰ ਨਾਲ ਕੀਤਾ ਜਾਏਗਾ। ਨਈ ਰੀਤ ਇੱਕ ਜੰਗ ਕੀ ਕੀਜੈ, ਹੁਣ ਫੌਜਾਂ ਭਰਤੀ ਕਰਨ। ਗੁਰੂ ਹਰਗੋਬਿੰਦ ਸਾਹਿਬ ਜੰਗ ਯੁੱਧ ਦੀ ਮਰਿਆਦਾ ਨੂੰ ਟੋਰਨ ਗੁਰੂ ਘਰ ਵਿੱਚ। ਜਪਜੀ ਸਾਹਿਬ ਦਾ ਪਾਠ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਸਰੀਰ ਤਿਆਗਿਆ ਹੈ ਔਰ ਜੋਤੀ ਜੋਤ ਰਲੀ ਸੰਪੂਰਨ ਥੀਆ ਦੇ ਮਹਾਵਾਕਾਂ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜੋ ਨਿਰਾਕਾਰ ਸਰੂਪ ਹੈ, ਉਸ ਨਿਰਗੁਣ ਸਰੂਪ ਵਿੱਚ ਮਹਾਰਾਜ ਜੀ ਜਾ ਕੇ ਅਭੇਦ ਹੋਏ ਹਨ। ਪਾਤਸ਼ਾਹ ਦੇ ਸਰੀਰ ਦੀ ਸੰਭਾਲ ਕਰਨ ਤੋਂ ਬਾਅਦ ਇਹ ਸਿੱਖ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਆਏ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਦੱਸਿਆ। ਗਰੀਬ ਨਵਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਗੁਰਤਾ ਗੱਦੀ ਦੇ ਉੱਤੇ ਬੈਠ ਕੇ ਸੇਲੀ ਤੇ ਟੋਪੀ ਧਾਰਨ ਕਰਨ ਦੀ ਬਜਾਏ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਮਹਾਰਾਜ ਜੀ ਨੇ ਆਪਣੇ ਗਾਤਰੇ ਧਾਰਨ ਕੀਤੀਆਂ ਔਰ ਗੁਰੂ ਘਰ ਦੇ ਵਿੱਚ ਇਹ ਜੰਗ ਯੁੱਧ ਦੀ ਮਰਿਆਦਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਚਲਾਈ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਆਈ। ਐਸੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ, ਗੁਰਦੇਵ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਹੈ, ਨਮਸਕਾਰ ਹੈ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਗੁਰੂ ਅਰਜਨ ਦੇਵ ਸਾਹਿਬ ਦੇ ਜਾਪ ਨੂੰ ਜਪਿਆ ਹੈ ਉਹ ਮੁੜ ਕੇ ਗਰਭ ਜੂਨੀਆਂ ਵਿੱਚ ਨਹੀਂ ਆਏ। ਐਸੇ ਦੀਨ ਦਿਆਲ ਸਤਿਗੁਰਾਂ ਦੇ ਚਰਨਾਂ ਵਿੱਚ ਕੋਟि ਕੋਟि ਪ੍ਰਣਾਮ ਹੈ, ਨਮਸਕਾਰ ਹੈ। ਲੜੀਵਾਰ ਕਥਾ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਕੈਪਟਨ ਮਰੇ ਨੂੰ ਜਿਹੜਾ ਇਤਿਹਾਸ ਲਿਖਾਇਆ ਸੁਣਾਇਆ ਸੀ, ਉਸੇ ਨੂੰ ਪੁਸਤਕ ਦਾ ਰੂਪ ਦੇ ਕੇ ਇਹ ਇਤਿਹਾਸ ਦਾ ਮਹਾਨ ਪਵਿੱਤਰ ਗ੍ਰੰਥ ਪੰਥ ਦੀ ਝੋਲੀ ਵਿੱਚ ਪਾਇਆ। ਕੈਪਟਨ ਮਰੇ ਨੂੰ ਦੱਸਿਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਨਨਕਾਣਾ ਸਾਹਿਬ ਦੀ ਧਰਤੀ ਤੇ ਰਾਏ ਭੋਇੰ ਦੀ ਤਲਵੰਡੀ ਵਿਖੇ 1526 ਸੰਮਤ ਬਿਕਰਮੀ ਨੂੰ ਪਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਅੰਮ੍ਰਿਤ ਵੇਲੇ ਹੋਇਆ। ਮਹਾਰਾਜ ਜੀ ਦਾ ਨਾਮਕਰਨ ਕੀਤਾ ਗਿਆ, ਨਾਨਕ ਨਾਮ ਰੱਖਿਆ ਗਿਆ। ਬਚਪਨ ਤੋਂ ਹੀ ਪਹਿਲੇ ਦਿਨ ਤੋਂ ਹੀ ਪੰਡਤ ਅਰਦਿਆਲ ਨੇ ਜਿਸ ਵੇਲੇ ਜਨਮ ਪੱਤਰੀ ਬਣਾਈ, ਉਹਨੇ ਕਹਿ ਦਿੱਤਾ ਸੀ ਇਹ ਅਵਤਾਰੀ ਪੁਰਸ਼ ਨੇ, ਕੋਈ ਸਧਾਰਨ ਬਾਲਕ ਨਹੀਂ, ਨਾ ਦਾ ਅਦਬ ਸਤਕਾਰ ਰੱਖਣਾ ਹੈ। ਥੋੜੇ ਜਿਹੇ ਵੱਡੇ ਹੋਏ ਪਾਂਧੇ ਦੇ ਕੋਲ ਪੜਨ ਪਾਇਆ, ਪਰ ਪਾਂਧੇ ਨੂੰ ਹੀ ਸਤਿਗੁਰੂ ਜੀ ਨੇ ਵਿਦਿਆ ਪੜ੍ਹਾ ਕੇ ਉਹਨੂੰ ਆਤਮ ਗਿਆਨ ਦੀ ਸੋਝੀ ਪ੍ਰਦਾਨ ਕੀਤੀ।
ਕਦੇ ਖੇਤੀ ਬੀਜੀ, ਕਦੇ ਚੂੜਕਾਣੇ ਦੀ ਮੰਡੀ 'ਚ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਾ ਸੌਦਾ, ਖਰਾ ਸੌਦਾ ਕੀਤਾ। ਤੋ ਇਸ ਪ੍ਰਕਾਰ ਨਾਲ ਅਨੇਕਾਂ ਚੋਜ ਕਰਦਿਆਂ ਮਹਾਰਾਜ ਜੀ ਸ੍ਰੀ ਸੁਲਤਾਨਪੁਰ ਸਾਹਿਬ ਨਵਾਬ ਦੌਲਤ ਖਾਂ ਕੋਲ ਆਏ। ਇੱਥੇ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਮੋਦੀ ਦੀ ਕਿਰਤ ਕੀਤੀ ਹੈ। ਮੋਦੀ ਖਾਨੇ ਵਿੱਚ 13 ਤੋਲਦਿਆਂ ਇੱਕ ਦਿਨ ਵੇਈ ਨਦੀ ਦੇ ਵਿੱਚ ਸਤਿਗੁਰੂ ਜੀ ਨੇ ਚੁੱਭੀ ਮਾਰੀ ਹੈ, ਪਰ ਚੁੱਭੀ ਮਾਰਦਿਆਂ ਬਾਹਰ ਨਹੀਂ ਆਏ। ਸੇਵਾਦਾਰਾਂ ਨੇ ਕੁਝ ਸਮਾਂ ਉਡੀਕ ਕੀਤੀ, ਨਗਰ ਵਿੱਚ ਰੌਲਾ ਪਾਇਆ। ਦੌਲਤ ਖਾਂ ਸਮੇਤ ਬੜੇ ਲੋਕ ਇਕੱਠੇ ਹੋ ਕੇ ਆਏ, ਵੇਈ 'ਚ ਜਾਲ ਪਾਏ। ਜਿਹੜੇ ਗੋਤਾਖੋਰ ਸਨ ਉਹਨਾਂ ਨੇ ਵਿੱਚ ਛਾਲਾਂ ਮਾਰ ਕੇ ਵੇਖਿਆ, ਪਰ ਸਾਹਿਬ ਦਾ ਸਰੀਰ ਕਿਤੇ ਨਹੀਂ ਮਿਲਿਆ। ਕਿਸੇ ਆਖਿਆ ਨਦੀ ਪਾਰ ਕਰਕੇ ਚਲੇ ਗਏ ਹੋਣਗੇ, ਕਿਸੇ ਆਖਿਆ ਪਾਣੀ 'ਚ ਰੁੜ ਗਏ ਹੋਣਗੇ, ਪਰ ਧੰਨ ਬੇਬੇ ਨਾਨਕੀ ਜੀ ਅਡੋਲ ਸਮਾਧੀ ਵਿੱਚ ਸਥਿਤ ਹੋ ਕੇ ਬੈਠੇ ਨੇ। ਕਹਿੰਦੇ ਮੇਰਾ ਵੀਰ ਤਾਰਨ ਆਇਆ ਹੈ, ਉਹ ਆਪ ਡੁੱਬ ਨਹੀਂ ਸਕਦਾ। ਸਾਰਿਆਂ ਵਿੱਚ ਚਿੰਤਾ ਹੈ, ਭਾਰੀ ਚਿੰਤਾ ਦੇ ਵਿੱਚ ਸਾਰੇ ਗਲਤ ਨੇ। ਅਖਰ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ ਮੋਦੀ ਜੀ ਗਏ ਕਿੱਥੇ ਨੇ? ਆਓ ਇੱਥੋਂ ਅੱਗੇ ਕਥਾ ਦੀ ਆਰੰਭਤਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦੋ ਇੱਕ ਦਿਨ ਤਵ ਐਸ ਬਿਤਾਈ। ਕਹਿੰਦੇ ਇੱਕ ਦਿਨ ਬੀਤ ਗਿਆ, ਵੇਈ 'ਚੋਂ ਸਤਿਗੁਰੂ ਜੀ ਬਾਹਰ ਨਹੀਂ ਆਏ। ਦੂਜਾ ਦਿਨ ਵੀ ਬੀਤ ਗਿਆ, ਦੂਜੀ ਰਾਤ ਵੀ ਬੀਤ ਗਈ, ਸਤਿਗੁਰੂ ਜੀ ਹਾਲੇ ਵੀ ਵੇਈ 'ਚੋਂ ਪ੍ਰਗਟ ਨਹੀਂ ਹੋਏ। ਤੀਜੇ ਦਿਨ ਗੁਰ ਨਿਕਸਤ ਪਏ। ਤੀਜੇ ਦਿਨ ਗੁਰਦੁਆਰਾ ਬੇਰ ਸਾਹਿਬ ਤੋਂ ਮਹਾਰਾਜ ਜੀ ਨੇ ਚੁੱਭੀ ਮਾਰੀ ਸੀ। ਮਹਾਰਾਜ ਜੀ ਦੇ ਵੱਡੇ ਦਰਬਾਰ ਦੇ ਦਰਸ਼ਨ ਕਰਦੇ ਹੋ ਨਾ, ਸੁਲਤਾਨਪੁਰ ਸਾਹਿਬ, ਬੇਰ ਸਾਹਿਬ। ਇੱਥੇ ਮਹਾਰਾਜ ਜੀ ਵੇਈ ਦੇ ਕੰਢੇ ਰੋਜ਼ ਇਸ਼ਨਾਨ ਕਰਨ ਆਉਂਦੇ ਤੇ ਘੰਟਿਆਂ ਬੱਧੀ ਸਮਾਧੀ ਸਥਿਤ ਰਹਿੰਦੇ ਸੀ। ਦਾਤਣ ਕਰਕੇ ਮਹਾਰਾਜ ਜੀ ਨੇ ਦਾਤਣ ਭੂਏ ਗੱਡੀ ਸੀ, ਉਹਦੀ ਬੇਰ ਬਣੀ ਜਿਹੜੀ ਅੱਜ ਕੱਲ ਉੱਥੇ ਸ਼ੋਭਨੀਕ ਹੈ। ਇਸ ਕਰਕੇ ਉਸ ਸਥਾਨ ਨੂੰ ਗੁਰਦੁਆਰਾ ਬੇਰ ਸਾਹਿਬ ਕਹਿੰਦੇ ਹਨ। ਇੱਥੇ ਚੁੱਭੀ ਮਾਰੀ ਤੇ ਤੀਜੇ ਦਿਨ ਕੁਝ ਕੁ ਦੂਰੀ ਤੇ ਹੀ ਦੂਸਰਾ ਗੁਰੂ ਘਰ ਹੈ ਸਤਿਗੁਰਾਂ ਦਾ, ਉਹ ਯਾਦਗਾਰ ਕਾਇਮ ਹੈ ਸਿੱਖਾਂ ਨੇ ਕੀਤੀ ਹੋਈ। ਉਸ ਸਥਾਨ ਦਾ ਨਾਮ ਹੈ ਗੁਰਦੁਆਰਾ ਸੰਤ ਘਾਟ ਸਾਹਿਬ। ਉਸ ਜਗ੍ਹਾ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਧੋਤੀ ਕਟ ਮੋਢੇ ਵੈ ਪਰਨੋ। ਪੇੜ ਮਹਾਰਾਜ ਜੀ ਨੇ ਚਾਦਰਾ ਲਾਇਆ ਹੋਇਆ ਹੈ ਤੇ ਮੋਢੇ ਤੇ ਸਤਿਗੁਰੂ ਜੀ ਨੇ ਪਰਨਾ ਸੁੱਟਿਆ ਹੋਇਆ ਹੈ। ਬੋਲੇ ਨਾ ਜਨ ਖੜਿਓ ਡਰਨੋ। ਜਦੋਂ ਪ੍ਰਗਟ ਹੋਏ ਤੇ ਬੋਲੇ ਨਹੀਂ ਕਿਸੇ ਨਾਲ। ਜਿਵੇਂ ਕੋਈ ਬੁੱਤ ਹੁੰਦਾ ਨਾ ਖੜਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਖਲੋਤੇ ਨੇ। ਇੱਕ ਇਹੋ ਜਿਹੇ ਅਕਾਇ ਰੰਗ ਦੇ ਵਿੱਚ ਮਹਾਰਾਜ ਜੀ ਸਮਾਏ ਹੋਏ ਨੇ ਕਿ ਗੁਰਦੇਵ ਆਪਣੀ ਰਸਨਾ ਤੋਂ ਕੁਝ ਨਹੀਂ ਬੋਲੇ। ਭਾਈ ਖਬਰ ਤਬ ਲੋਕ ਚਲ ਆਏ। ਸਤਿਗੁਰੂ ਜੀ ਉੱਥੋਂ ਸਿੱਧਾ ਮੋਦੀ ਖਾਨੇ ਆਏ, ਮੋਦੀ ਖਾਨਾ ਸਾਰਾ ਲੁਟਾ ਦਿੱਤਾ। ਮੁੜ ਕੇ ਸ਼ਮਸ਼ਾਨ ਭੂਮੀ ਵਿੱਚ ਆ ਕੇ ਗਰੀਬ ਨਵਾਜ ਜੀ ਬਹਿ ਗਏ ਸੁਲਤਾਨਪੁਰ ਸਾਹਿਬ। ਨਗਰ ਨਿਵਾਸੀਆਂ ਨੂੰ ਪਤਾ ਲੱਗਾ, ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਵੀ 3 ਦਿਨਾਂ ਬਾਅਦ ਵੇਈ ਚੋਂ ਨਿਕਲੇ ਨੇ ਗੁਰੂ ਨਾਨਕ ਸਾਹਿਬ। ਸਾਰੇ ਨਗਰ ਨਿਵਾਸੀ ਦੌੜੇ ਆਏ, ਭੱਜੇ ਆਏ ਬੜੇ ਹੈਰਾਨੀ ਨਾਲ। ਆਗੇ ਪਾਛੇ ਚੈਤ ਬੁਲਾਏ। ਸਾਰੇ ਅੱਗੇ ਪਿੱਛੇ ਮਹਾਰਾਜ ਜੀ ਦੇ ਆਲੇ ਦੁਆਲੇ ਖਲੋ ਗਏ ਨੇ। ਸਤਿਗੁਰਾਂ ਨੂੰ ਬੁਲਾਉਣਾ ਚਾਹੁੰਦੇ ਐ, ਮਹਾਰਾਜ ਜੀ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਐ, ਪਰ ਸਤਿਗੁਰੂ ਜੀ ਨੇ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ। ਜੈ ਰਾਮ ਸੁਨ ਕੇ ਤੁਰਤ ਸੁਤਾਇਓ। ਮਹਾਰਾਜ ਜੀ ਦਾ ਭਾਈਆ ਬੇਬੇ ਨਾਨਕੀ ਜੀ ਦੇ ਪਤੀ ਭਾਈਆ ਜੈ ਰਾਮ ਜੀ, ਉਹ ਵੀ ਕਿਉਂਕਿ ਉਹ ਜ਼ਿਆਦਾ ਚਿੰਤਤ ਸੀ, ਉਹਨਾਂ ਨੂੰ ਲੋਕਾਂ ਨੇ ਕਿਹਾ ਵੀ ਤੇਰਾ ਰਿਸ਼ਤੇਦਾਰ ਸਾਰਾ ਕੁਝ ਲੁਟਾ ਕੇ ਚਲਾ ਗਿਆ, ਹੁਣ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ ਦੌਲਤ ਖਾਨ ਨੂੰ। ਤੋ ਭਾਈਆ ਜੈ ਰਾਮ ਜੀ ਬੜੇ ਚਿੰਤਤ ਸਨ। ਪਤਾ ਲੱਗਾ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ ਨੇ
ਤਾਂ ਸਭ ਤੋਂ ਪਹਿਲਾਂ ਦੌੜ ਕੇ ਅੱਗੇ ਮੂਹਰੇ ਹੋ ਕੇ ਭਾਈਆ ਜੈ ਰਾਮ ਜੀ ਆਏ। ਦੌਲਤ ਖਾਨ ਅਚੰਭੋ ਆਇਓ। ਤੇ ਇੱਥੋਂ ਦਾ ਨਵਾਬ ਜਿਹੜਾ ਦੌਲਤ ਖਾਨ ਸੀ ਉਹ ਵੀ ਬੜਾ ਅਚੰਭਤ ਹੋਇਆ, ਉਹਦੇ ਮਨ ਵਿੱਚ ਵੀ ਬੜੀ ਵੱਡੀ ਭਾਰੀ ਹੈਰਾਨੀ ਹੋਈ। ਦੋਹਰਾ ਦੌਲਤ ਖਾਂ ਪੀਜਾ ਪੁਜਿਓ ਲਿਆਇਓ ਸਾਥ ਲਵਾਏ। ਦੌਲਤ ਖਾਂ ਵੀ ਮਹਾਰਾਜ ਜੀ ਦੇ ਕੋਲ ਪੁੱਜ ਗਿਆ, ਆਪਣੇ ਨਾਲ ਆਪਣੇ ਸਾਥੀਆਂ ਨੂੰ, ਆਪਣੇ ਅਹਿਲਕਾਰਾਂ ਨੌਕਰਾਂ ਚਾਕਰਾਂ ਨੂੰ ਲੈ ਕੇ ਆਇਆ। ਬਾਬੇ ਮੋ ਕੁਛ ਨੈ ਕਰੇ ਰਿਓ ਖਾਨ ਮੋਏ ਪਾਏ। ਸਤਿਗੁਰੂ ਜੀ ਨੇ ਇਹਨਾਂ ਵੱਲ ਕੋਈ ਤਵੱਜੋ ਨਹੀਂ ਦਿੱਤੀ, ਜਿੰਨੇ ਆਏ ਸਭ ਵੱਲੋਂ ਮਹਾਰਾਜ ਜੀ ਜਿਵੇਂ ਬੇਮੋਹ ਹੋ ਕੇ ਬੈਠੇ ਨੇ। ਦੌਲਤ ਖਾਨ ਨੇ ਸਤਿਗੁਰਾਂ ਦਾ ਪ੍ਰਤਾਪ ਵੇਖਿਆ ਕਿਵੇਂ ਦਿਲਾਂ ਦੀਆਂ ਸਤਿਗੁਰੂ ਬੁੱਝ ਲੈਂਦੇ ਐ। ਜਦੋਂ ਨਮਾਜ਼ ਪੜਨ ਨੂੰ ਕਿਹਾ ਤੇ ਸਾਹਿਬ ਕਹਿੰਦੇ ਕਿਹਦੇ ਨਾਲ ਪੜੀਏ ਦੌਲਤ ਖਾਂ, ਨਾ ਇੱਥੇ ਕਾਜੀ ਸੀ ਨਾ ਤੂੰ ਸੀ। ਅੰਤਰਯਾਮਤਾ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ, ਸੱਚੀ ਨਮਾਜ਼ ਜਿੱਥੇ ਮਹਾਰਾਜ ਜੀ ਨੇ ਗੁਜ਼ਾਰਨ ਦਾ ਹੁਕਮ ਕੀਤਾ। ਦੌਲਤ ਖਾਨ ਨੇ ਵੇਖਿਆ ਸਤਿਗੁਰੂ ਜੀ ਦੀ ਕਿਸੇ ਨਾਲ ਕੋਈ ਮੋਹ ਦੀ ਬਿਰਤੀ ਨਹੀਂ ਹੈ, ਬੇਪਰਵਾਹੀ ਦੇ ਰੰਗ ਵਿੱਚ ਸਾਹਿਬ ਜੀ ਰੰਗੇ ਹੋਏ ਨੇ ਔਰ ਆਪਣੀ ਰਸਨਾ ਤੋਂ ਕਹਿ ਰਹੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ। ਇਹ ਪਾਵਨ ਬਚਨ ਆਪਣੇ ਮੁਖੋਂ ਉਚਾਰ ਰਹੇ ਨੇ ਤਾਂ ਉਸ ਵੇਲੇ ਦੌਲਤ ਖਾਂ ਮਹਾਰਾਜ ਜੀ ਦੇ ਚਰਨੀ ਢਹਿ ਪਿਆ। ਚੋਪਈ ਤਬ ਦੌਲਤ ਨੇ ਹਕੀਮ ਬੁਲਾਏ। ਕਿਸੇ ਆਖਿਆ ਵੀ ਨਾਨਕ ਜੀ ਬਿਮਾਰ ਤਾਂ ਨਹੀਂ ਹੋ ਗਏ, ਵੀ ਕਿਸੇ ਨਾਲ ਗੱਲ ਨਹੀਂ ਕਰਦੇ, ਬੋਲਦੇ ਨਹੀਂ ਹਨ। ਦੌਲਤ ਖਾਨ ਨੇ ਜਿਵੇਂ ਲੋਕਾਂ ਨੇ ਆਖਿਆ ਉਸ ਵੇਲੇ ਕੁਝ ਹਕੀਮ ਸੱਦ ਲਏ, ਵੈਦ ਬੁਲਾਏ ਤੇ ਆਖਿਆ ਵੈਦਾਂ ਨੂੰ ਵੇਖੋ ਨਾਨਕ ਨੂੰ ਕਿਸੇ ਪ੍ਰਕਾਰ ਦੀ ਕੋਈ ਮਰਜ਼ ਤਾਂ ਨਹੀਂ, ਕਿਸੇ ਪ੍ਰਕਾਰ ਦਾ ਕੋਈ ਰੋਗ ਤਾਂ ਨਹੀਂ। ਮਤ ਕਤ ਨਾਨਕ ਰੋਗ ਸੰਤਾਏ। ਕਿਤੇ ਐਸਾ ਤਾਂ ਨਹੀਂ ਇਹਨਾਂ ਨੂੰ ਕੋਈ ਅੰਦਰੋਂ ਅੰਦਰ ਰੋਗ ਸਤਾ ਰਿਹਾ ਹੋਵੇ, ਇਹਨਾਂ ਦੇ ਸਰੀਰ ਨੂੰ ਕੋਈ ਰੋਗ ਲੱਗਾ ਹੋਵੇ, ਉਹ ਵੇਖੋ। ਅੱਗਿਓਂ ਬਾਬੇ ਵੈਦ ਸਮਝਾਇਆ। ਵੈਦ ਆ ਕੇ ਸਤਿਗੁਰਾਂ ਦਾ ਰੋਗ ਪਰਖਣਾ ਚਾਹੁੰਦੇ ਐ, ਪਰ ਮੇਰੇ ਪਾਤਸ਼ਾਹ ਨੇ ਅੱਗੇ ਵੈਦਾਂ ਨੂੰ ਸਮਝਾਇਆ, ਅੱਗੋਂ ਵੈਦਾਂ ਨੂੰ ਅਕਲ ਦਿੱਤੀ, ਉਹਨਾਂ ਨੂੰ ਮਤ ਦਿੱਤੀ। ਤੋ ਫਿਰ ਦੌਲਤ ਮਨ ਪਤੀ ਆਇਆ। ਫਿਰ ਦੌਲਤ ਖਾਂ ਦਾ ਮਨ ਪਤੀਜ ਗਿਆ ਕਿ ਇਹ ਤਾਂ ਕੋਈ ਨੂਰੀ ਰੰਗ ਵਿੱਚ ਰੰਗੇ ਹੋਏ ਨੇ, ਇਹ ਤਾਂ ਕੋਈ ਇਲਾਹੀ ਜੋਤ ਦੇ ਧਾਰਨੀ ਨੇ, ਇਹ ਤਾਂ ਆਪ ਅੱਲਾ ਦੀ ਮੂਰਤ ਨੇ। ਇਹ ਪਤਿਆਣਾ, ਇਹ ਜਿਹੜੀ ਪ੍ਰਤੀਤ ਸੀ ਇਹ ਨਵਾਬ ਦੌਲਤ ਖਾਂ ਦੇ ਮਨ ਵਿੱਚ ਆਈ। ਮੁੱਲਾ ਕਾਜੀ ਬਾਬੇ ਸੋ ਖਏ। ਬੜੇ ਬੜੇ ਮੁੱਲਾ ਕਾਜੀ ਆ ਕੇ ਗੁਰੂ ਨਾਨਕ ਸਾਹਿਬ ਦੇ ਨਾਲ ਬਹਿਸ ਕਰਦੇ, ਤੁਸੀਂ ਕਿਵੇਂ ਕਹਿੰਦੇ ਹੋ ਨਹੀਂ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ, ਤੁਹਾਡੇ ਅੰਦਰ ਇਹ ਬਿਰਤੀ ਕਿਵੇਂ ਹੈ? ਮਹਾਰਾਜ ਜੀ ਨੇ ਆਖਿਆ ਕੇਵਲ ਮਨੁੱਖ ਨੇ ਨਾ, ਮਨੁੱਖ ਦੇ ਨੱਕਾਂ ਕੰਨ ਹੱਥ ਪੈਰ ਸਭ ਦੇ ਇੱਕੋ ਜਿਹੇ ਨੇ, ਚਾਹੇ ਉਹ ਮੁਸਲਮਾਨ ਨੇ ਚਾਹੇ ਹਿੰਦੂ ਨੇ। ਇਹ ਤਾਂ ਨਹੀਂ ਵੀ ਮੁਸਲਮਾਨਾਂ ਨੂੰ 4 ਅੱਖਾਂ ਲੱਗੀਆਂ ਨੇ ਤੇ ਹਿੰਦੂਆਂ ਨੂੰ 2 ਲੱਗੀਆਂ ਨੇ। ਜੇ ਪਰਮੇਸ਼ਰ ਨੇ ਭੇਦ ਨਹੀਂ ਰੱਖਿਆ, ਫਰਕ ਨਹੀਂ ਰੱਖਿਆ, ਤੇ ਤੁਸੀਂ ਕਿਉਂ ਫਰਕ ਪਾਉਂਦੇ ਹੋ? ਐਸਾ ਸਰਬ ਸਾਂਝੀ ਵਾਲਤਾ ਦਾ ਸਾਂਝਾ ਉਪਦੇਸ਼ ਗੁਰੂ ਬਾਬਾ ਜੀ ਨੇ ਵੱਡਿਆਂ ਵੱਡਿਆਂ ਮੁੱਲਾਂ ਕਾਜ਼ੀਆਂ ਨੂੰ ਦਿੱਤਾ। ਦ੍ਰਿਸ਼ਟ ਬੰਦ ਗਰ ਜਾਦੂ ਕਈ। ਉਹ ਕਹਿੰਦੇ ਵੀ ਹੋ ਸਕਦਾ ਹੈ ਕਿ ਨਾਨਕ ਨੂੰ ਕਿਸੇ ਪ੍ਰਕਾਰ ਦਾ ਕੋਈ ਟੂਣਾ ਟਾਮਣ ਹੋ ਗਿਆ। ਕਈ ਮੌਲਵੀ ਕਾਜੀ ਜਿਹੜੇ ਨੇ ਉਹ ਇਹ ਸੋਚਣ ਲੱਗ ਪਏ ਵੀ ਇਹ ਜਿਹੜੀਆਂ ਆਵੀਆਂ ਫਾਵੀਆਂ ਗੱਲਾਂ ਕਰਦਾ ਹੈ, ਹੋ ਸਕਦਾ ਇਹਦਾ ਕੋਈ ਦ੍ਰਿਸ਼ਟਬੰਦ ਹੋ ਗਿਆ ਹੋਵੇ, ਜਾਂ ਫਿਰ ਇਹਦੇ ਤੇ ਕਿਸੇ ਪ੍ਰਕਾਰ ਦਾ ਕੋਈ ਜਾਦੂ ਟੂਣਾ ਚੱਲ ਗਿਆ। ਉਨ ਕੀ ਦੌਲਤ ਮਨੀ ਨਾ ਬਾਤ। ਕਾਜੀ ਮੌਲਵੀ ਜੋ ਕਹਿੰਦੇ ਨੇ ਦੌਲਤ ਖਾਂ ਨੇ ਨਹੀਂ ਮੰਨੀ ਉਹਨਾਂ ਦੀ ਗੱਲ, ਕਿਉਂਕਿ ਦੌਲਤ ਖਾਂ ਨੇ ਉਹ ਅੱਖਾਂ ਦੌਲਤ ਖਾਂ ਨੂੰ ਮਿਲ ਗਈਆਂ ਸਨ ਜਿਹੜੀਆਂ ਅੱਖਾਂ ਨੇ ਸਿਆਣ ਲਿਆ ਸੀ ਕਿ ਇਹ ਨਿਰੰਕਾਰ ਦੀ ਇਲਾਹੀ ਰੂਪ ਮੂਰਤ ਹਨ। ਕਾਜ਼ੀਆਂ ਮੌਲਵੀਆਂ ਨੇ ਗੁਰੂ ਨਾਨਕ ਸਾਹਿਬ ਦੇ ਖਿਲਾਫ ਬੜੀਆਂ ਬੜੀਆਂ ਬਾਤਾਂ ਕਹੀਆਂ, ਪਰ ਦੌਲਤ ਖਾਂ ਨੇ ਆਪਣੇ ਮਨ 'ਚ ਨਹੀਂ ਮੰਨੀਆਂ। ਉਸ ਬਾਬੇ ਪਰ ਪਇਓ ਇਤਕਾਤ। ਦੌਲਤ ਖਾਂ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਤੇ ਭਰੋਸਾ ਵੱਜ ਗਿਆ, ਉਹਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਤੇ ਪ੍ਰਤੀਤ ਬਣ ਆਈ। ਇਹ ਹੈ ਪੂਰਨ
ਪੁਰਸ਼ ਅਵਤਾਰੀ। ਉਹਨੇ ਆਖਿਆ ਇਹ ਪੂਰਨ ਪੁਰਖ ਨੇ, ਇਹ ਅੱਲਾ ਦੀ ਖੁਦਾ ਦੀ ਪਾਕ ਮੂਰਤ ਹਨ। ਪਇਓ ਮੁਰੀਦ ਵੈ ਸਨ ਪਰਵਾਰੀ। ਦੌਲਤ ਖਾਂ ਆਪਣੇ ਟੱਬਰ ਸਮੇਤ ਗੁਰੂ ਨਾਨਕ ਸਾਹਿਬ ਦਾ ਮੁਰੀਦ ਹੋ ਗਿਆ। ਪਰਿਵਾਰ ਸਮੇਤ ਇਹਨੇ ਗੁਰੂ ਨਾਨਕ ਸਾਹਿਬ ਦੀ ਮੁਰੀਦੀ ਧਾਰਨ ਕੀਤੀ। ਹਿੰਦੂ ਤੁਰਕ ਬਾਬੇ ਕੋ ਸਮਸਰ। ਕਹਿੰਦੇ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਸਾਰੇ ਬਾਬੇ ਨੂੰ ਆ ਕੇ ਇੱਕ ਬਰਾਬਰ ਪੂਜਦੇ ਨੇ। ਹਿੰਦੂ ਵੀ ਤੇ ਮੁਸਲਮਾਨ ਵੀ ਬਾਬੇ ਨੂੰ ਆ ਕੇ ਬਰਾਬਰ ਸਮਾਨ ਦ੍ਰਿਸ਼ਟੀ ਨਾਲ ਪੂਜਦੇ ਹਨ। ਹੋਏ ਮੁਰੀਦ ਆਏ ਸੋ ਇਮ ਕਰ। ਕਹਿੰਦੇ ਹਜ਼ਾਰਾਂ ਦੀ ਗਿਣਤੀ 'ਚ ਹਿੰਦੂ ਤੇ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਆ ਕੇ ਮੁਰੀਦ ਬਣਦੇ ਹਨ। ਦੋਨ ਕੋ ਗੁਰ ਸੱਚ ਦ੍ਰਿੜਾਵੇ। ਚਾਹੇ ਕੋਈ ਹਿੰਦੂ ਆਉਂਦਾ ਤੇ ਚਾਹੇ ਕੋਈ ਮੁਸਲਮਾਨ ਆਉਂਦਾ, ਗੁਰੂ ਨਾਨਕ ਸਾਹਿਬ ਦੋਹਾਂ ਨੂੰ ਸੱਚ ਦ੍ਰਿੜ ਕਰਾਉਂਦੇ ਹਨ। ਇਹ ਨਹੀਂ ਕਿ ਹਿੰਦੂਆਂ ਨੂੰ ਹੋਰ ਤੇ ਮੁਸਲਮਾਨਾਂ ਨੂੰ ਹੋਰ, ਦੋਨਾਂ ਨੂੰ ਇੱਕੋ ਸਾਂਝਾ ਉਪਦੇਸ਼ ਦਿੰਦੇ ਆ। ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਸੱਚ ਦ੍ਰਿੜ ਕਰਾਉਂਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ। ਜ਼ੁਲਮ ਕਰਨ ਤੈ ਦੋਨ ਹਟਾਵੇ। ਦੋਹਾਂ ਨੂੰ ਹਟਾਉਂਦੇ ਆ ਵੀ ਜ਼ੁਲਮ ਨਹੀਂ ਕਰਨਾ, ਭਾਵੇਂ ਕੋਈ ਹਿੰਦੂ ਆ ਤੇ ਭਾਵੇਂ ਕੋਈ ਮੁਸਲਮਾਨ ਹੈ, ਜ਼ੁਲਮ ਨਹੀਂ ਕਰਨਾ। ਗੁਰੂ ਨਾਨਕ ਸਾਹਿਬ ਜੀ ਨੇ ਜ਼ੁਲਮ ਕਰਨ ਤੋਂ ਵਰਜਿਆ। ਜਿਮ ਜਿਮ ਬਰਕਤ ਪਈ ਮਸੂਰੋ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਸੋਭਾ, ਸਤਿਗੁਰਾਂ ਦੀਆਂ ਬਰਕਤਾਂ ਪ੍ਰਗਟ ਹੋਣ ਲੱਗੀਆਂ, ਆਏ ਲੋਕ ਬੋ ਸੁਨ ਸੁਨ ਦੂਰੋ। ਦੂਰੋਂ ਦੂਰੋਂ ਮਹਾਰਾਜ ਜੀ ਦੀ ਸੋਭਾ ਸੁਣ ਕੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਲੱਗੇ। ਦੋਹਰਾ ਦੌਲਤ ਕੈ ਦੋਏ ਇਸਤਰੀ, ਹੋਤੀ ਸੁਤ ਨਾ ਬਗੈਰ। ਕਹਿੰਦੇ ਦੌਲਤ ਖਾਂ ਦੀਆਂ ਦੋ ਘਰ ਵਾਲੀਆਂ ਸੀ, ਦੇਵਨੇਤ ਦੋਹਾਂ ਕੋਲ ਪੁੱਤਰ ਨਹੀਂ ਸੀ, ਦੋਨਾਂ ਕੋਲ ਹੀ ਸੰਤਾਨ ਨਹੀਂ ਸੀ। ਕੀਨੀ ਸੇਵਾ ਉਨ ਅੱਛੇ, ਦੋਏ ਦੋਏ ਜਨਮੇ ਸ਼ੇਰ। ਦੌਲਤ ਖਾਂ ਨੇ ਆਪਣੀਆਂ ਦੋਨਾਂ ਬੇਗਮਾਂ ਸਮੇਤ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ ਸੇਵਾ ਕੀਤੀ। ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਹੋਈ। ਦੌਲਤ ਖਾਂ ਦੇ ਘਰ ਵਿੱਚ ਦੋਨਾਂ ਉਹਦੀਆਂ ਇਸਤਰੀਆਂ ਤੋਂ ਦੋ ਦੋ ਪੁੱਤਰਾਂ ਨੇ ਜਨਮ ਲਿਆ। ਕਿਉ ਪਈ ਗਾਜ਼ੀ ਖਾਂ ਗਜ ਮਸਤ ਸੁਖਾਨ। ਜਿਹੜੇ ਪੁੱਤਰਾਂ ਦਾ ਜਨਮ ਹੋਇਆ ਦੌਲਤ ਖਾਂ ਦੇ ਘਰ ਗੁਰੂ ਨਾਨਕ ਸਾਹਿਬ ਦੀ ਦਇਆ ਦ੍ਰਿਸ਼ਟੀ ਨਾਲ, ਉਹਨਾਂ ਦੇ ਨਾਂ ਦੱਸਦੇ ਭਾਈ ਰਤਨ ਸਿੰਘ। ਕਹਿੰਦੇ ਦੌਲਤ ਖਾਂ ਦੇ ਇੱਕ ਪੁੱਤਰ ਦਾ ਨਾਂ ਸੀ ਗਾਜੀ ਖਾਨ, ਦੂਜੇ ਦਾ ਨਾਂ ਸੀ ਗਜ ਮਸਤ ਖਾਨ। ਮੀਰ ਖਾਨ ਉਹ ਜ਼ੋਲ ਖਾਮਾਨ। ਔਰ ਦੂਸਰਾ ਸੀ ਮੀਰ ਖਾਨ, ਔਰ ਤੀਸਰਾ ਸੀ ਮੀਰ ਖਾਨ, ਤੇ ਚੌਥਾ ਸੀ ਜੌਲ ਦੀਨ ਵੀ ਉਹਨੂੰ ਕਹਿੰਦੇ, ਤੇ ਜੌਲ ਖਾਨ। ਏਦਾਂ ਚਾਰ ਪੁੱਤਰ ਦੌਲਤ ਖਾਂ ਦੇ ਘਰ ਵਿੱਚ ਹੋਏ। ਉਨ ਨਾਰਨ ਵੱਡ ਚਰਚਾ ਤੋਰੀ। ਜਦੋਂ ਗੁਰੂ ਸਾਹਿਬ ਦੇ ਬਚਨਾਂ ਨਾਲ ਇਹਨਾਂ ਦੀਆਂ ਕੁੱਖਾਂ ਹਰੀਆਂ ਹੋਈਆਂ, ਉਹਨਾਂ ਨੇ ਮਹਾਰਾਜ ਜੀ ਦੀ ਸੋਭਾ ਟੋਰੀ। ਉਹਨਾਂ ਨੇ ਹੋਰ ਕਈਆਂ ਵਿੱਚ ਸਤਿਗੁਰਾਂ ਦੀ ਉਸਤਤੀ ਕੀਤੀ। ਕਹੇ ਬਾਬੇ ਦਈ ਹਮਜ਼ੋਰੀ। ਉਹ ਅਨੇਕਾਂ ਇਸਤਰੀਆਂ ਨੂੰ ਦੱਸਦੀਆਂ, ਕਹਿੰਦੇ ਗੁਰੂ ਨਾਨਕ ਸਾਹਿਬ ਪੀਰ ਨੇ ਸਾਡੀਆਂ ਜੋੜੀਆਂ, ਸਾਨੂੰ ਜੋੜੀਆਂ ਰਲਾਈਆਂ, ਸਾਨੂੰ ਜੋੜੀ ਜੋੜੀ ਪੁੱਤਰ ਦੀ ਦਾਤ ਬਖਸ਼ੀ ਆ, ਪੁੱਤਰਾਂ ਦੀ ਗੁਰੂ ਨਾਨਕ ਸਾਹਿਬ ਜੀ ਨੇ। ਦੋਹਰਾ ਬਾਬੇ ਕੈ ਜੀ ਇਮ ਹੋਤੀ, ਕਿਛ ਰਹੀਏ ਗੁਪਤ ਸੰਸਾਰ। ਹੁਣ ਗੁਰੂ ਬਾਬੇ ਦੇ ਮਨ ਵਿੱਚ ਜੀ ਵਿੱਚ ਏਦਾਂ ਆਈ ਕਿ ਹੁਣ ਕੁਝ ਗੁਪਤ ਰਹੀਏ ਸੰਸਾਰ ਵਿੱਚ। ਸੋ ਤੋ ਪ੍ਰਗਟ ਜਗ ਪਇਓ, ਜਗ ਉਠ ਪਰ ਗਿਓ ਖਿਆਰ। ਗੁਰੂ ਬਾਬਾ ਜੀ ਗੁਪਤ ਰਹਿਣਾ ਚਾਹੁੰਦੇ ਨੇ, ਪਰ ਸਤਿਗੁਰੂ ਜੀ ਤਾਂ ਜਗਤ ਵਿੱਚ ਪ੍ਰਗਟ ਹੋ ਗਏ। ਉਹ ਜਿੰਨਾ ਗੁਪਤ ਰਹਿਣਾ ਚਾਹੁੰਦੇ ਉਹਨਾਂ ਪ੍ਰਗਟ ਹੋ ਜਾਂਦੇ, ਕਿਉਂਕਿ ਇਹੀ ਖੇਡ ਹੈ। ਧਾਰਮਿਕ ਜਗਤ ਵਿੱਚ ਸਾਧਕ ਜਿੰਨਾ ਗੁਪਤ ਰਹਿਣਾ ਚਾਹੁੰਦਾ ਨਾ, ਜਿਨ ਹਰ ਪਾਇਆ ਤਿਨੈ ਛਪਾਇਆ, ਉਹ ਓਨਾ ਹੀ ਪ੍ਰਗਟ ਹੋ ਜਾਂਦਾ, ਓਨਾ ਹੀ ਹੋਰ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ। ਤੋ ਗੁਰੂ ਬਾਬਾ ਜੀ ਵਾਲੇ ਪਾਸੇ ਸਾਰੇ ਜਗਤ ਦਾ ਹੀ ਖਿਆਲ ਹੋ ਗਿਆ। ਕਿੱਥੇ ਮਲਸੀਏ ਪਿੰਡ ਦੇ ਰਹਿਣ ਵਾਲੇ ਭਗੀਰਥ ਜੀ ਵਰਗੇ, ਲਾਹੌਰ ਤੋਂ ਮਨਸੁਖ ਜੀ ਵਰਗੇ ਕਿੰਨੇ ਹੀ ਗੁਰਸਿੱਖ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆ ਕੇ ਸਤਿਗੁਰਾਂ ਦੇ ਸੇਵਕ ਹੋ ਗਏ। ਚੋ ਪਈ
ਭਾਨ ਚੜਿਓ ਕਿਮ ਛਾਨਿਓ ਰਹੇ। ਕਹਿੰਦੇ ਸੂਰਜ ਚੜਿਆ ਭਲਾ ਕਿਵੇਂ ਲੁਕ ਸਕਦਾ ਹੈ। ਗੁਰੂ ਬਾਬਾ ਜੀ ਚਾਹੁੰਦੇ ਸੀ ਰਹਿ ਕੇ ਗੁਪਤ ਰਹਿਣਾ, ਪਰ ਭਾਈ ਸਾਹਿਬ ਕਹਿੰਦੇ ਚੜਿਆ ਸੂਰਜ ਕਿਵੇਂ ਲੁਕ ਸਕਦਾ ਭਾਈ, ਜੇ ਸੂਰਜ ਚੜ ਜਾਏ ਤੇ ਉਹ ਨਹੀਂ ਲੁਕਦਾ। ਲੱਖ ਬਾਦਲ ਜੋ ਟਾਂਪਿਓ ਚਏ। ਲੱਖਾਂ ਬੱਦਲ ਜੇ ਆ ਕੇ ਉਹਨੂੰ ਢੱਕ ਲੈਣ ਉਹ ਤਾਂ ਵੀ ਨਹੀਂ ਢੱਕਿਆ ਰਹਿੰਦਾ। ਉਹਨਾਂ ਲੱਖਾਂ ਬੱਦਲਾਂ ਨੂੰ ਵੀ ਚੀਰ ਕੇ ਉਹਦੀ ਰੌਸ਼ਨੀ ਧਰਤੀ ਤੱਕ ਪਹੁੰਚਦੀ ਹੈ। ਜਿਮ ਜਿਮ ਬਾਬੇ ਕੀ ਚਰਚਾ ਪਈ। ਜਿਵੇਂ ਜਿਵੇਂ ਗੁਰੂ ਬਾਬੇ ਦੀ ਚਰਚਾ ਚੱਲੀ, ਹਰ ਨਗਰ ਵਿੱਚ ਗੁਰੂ ਬਾਬੇ ਦੀ ਸੋਭਾ ਹੋਣ ਲੱਗੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਹੋਣ ਲੱਗਾ। ਥੋੜੇ ਹੀ ਮਹਿਬੋ ਫੈਲ ਗਈ। ਥੋੜੇ ਸਮੇਂ ਵਿੱਚ ਹੀ ਗੁਰੂ ਬਾਬੇ ਦੀ ਵੱਡੀ ਮਹਿਮਾ ਸਾਰੇ ਪਾਸੇ ਫੈਲ ਗਈ। ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਰਦੰਗ ਰਬਾਬਾ। ਘਰ ਘਰ ਵਿੱਚ ਗੁਰੂ ਬਾਬੇ ਦੀਆਂ ਸਿਫਤਾਂ ਹੋਣ ਲੱਗੀਆਂ। ਜਿਸ ਨਰ ਕੋਏ ਸੀਤ ਦਬਾਇਓ। ਕਹਿੰਦੇ ਜੇ ਕਿਸੇ ਨਰ ਨੂੰ ਮੰਨ ਲਓ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨੇ ਦੱਬਿਆ ਹੋਇਆ, ਕਿਮ ਨਾ ਚੋਗੇ ਵਲ ਅਗਨ ਸਿਧਾਇਓ। ਕਹਿੰਦੇ ਮੰਨ ਲਓ ਵੀ ਜਿਹੜਾ ਬੰਦਾ ਕੋਈ ਠੰਡ ਕਰਕੇ ਸਤਾਇਆ ਹੋਵੇ, ਉਹ ਅੱਗ ਵੱਲ ਭੱਜ ਕੇ ਕਿਉਂ ਨਾ ਜਾਏਗਾ, ਤਾਂ ਦੌੜ ਕੇ ਜਾਏਗਾ ਅੱਗ ਵੱਲ ਠੰਡ ਤੋਂ ਬਚਣ ਵਾਸਤੇ। ਦੁਨੀਆ ਦੁਖਤ ਹੁਤੀ ਥੀ ਕਨੀ। ਇਹ ਦੁਨੀਆ ਦੁਖੀ ਸੀ, ਦੁੱਖਾਂ ਕਰਕੇ ਕਲੇਸ਼ਾਂ ਕਰਕੇ ਦੁਖੀ ਸੀ। ਦਰਸ਼ਨ ਪਾਏ ਪਈ ਸੁਖ ਮਨੀ। ਤੇ ਆਪਣੇ ਦੁੱਖਾਂ ਤੋਂ ਖਹਿੜਾ ਛਡਾਉਣ ਲਈ ਇਹ ਦੁਨੀਆ ਉਮੜ ਕੇ ਆ ਗਈ ਗੁਰੂ ਬਾਬੇ ਦੇ ਚਰਨਾਂ ਵਿੱਚ, ਕਿਉਂਕਿ ਗੁਰੂ ਬਾਬੇ ਦੇ ਦਰਸ਼ਨ ਕਰਕੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਸੀ, ਕਿਉਂਕਿ ਗੁਰੂ ਬਾਬੇ ਦੇ ਦਰਸ਼ਨ ਸੁੱਖਾਂ ਦੀ ਮਣੀ ਹੈ। ਗੁਰੂ ਬਾਬੇ ਦੇ ਜਿਹੜੇ ਦਰਸ਼ਨ ਨੇ ਉਹ ਸੁੱਖਾਂ ਦੀ ਮਣੀ ਹੈ, ਉਹਦੇ ਚੋਂ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਆ। ਦਰਸ਼ਨ ਕਰਨ ਵਾਲਿਆਂ ਨੂੰ ਜਦੋਂ ਆ ਕੇ ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ, ਉਹਨਾਂ ਦੇ ਦੁੱਖ ਦੂਰ ਹੁੰਦੇ ਤੇ ਸੁੱਖ ਦੀ ਪ੍ਰਾਪਤੀ ਹੁੰਦੀ। ਸਿੱਧ ਸਾਧ ਜੋ ਹਿੰਦੂ ਤੁਰਕੋ। ਚਾਹੇ ਕੋਈ ਸਿੱਧ ਹੈ, ਚਾਹੇ ਕੋਈ ਸਾਧ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ। ਹੋ ਤੋ ਜਿਨੋ ਮੈਂ ਕਿਛ ਤੋ ਜੁਰ ਕੋ। ਕਹਿੰਦੇ ਮੰਨ ਲਓ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਜਵਰ ਤਾਪ ਸੀ, ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਕਰਕੇ ਗਰਸਿਆ ਹੋਇਆ ਸੀ। ਸੁਨ ਸੁਨ ਅਚਰਜ ਸਭ ਚਲ ਆਏ। ਉਹ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਸੁਣ ਸੁਣ ਕੇ ਸਭ ਦੌੜ ਦੌੜ ਕੇ ਆਉਂਦੇ, ਭੱਜ ਭੱਜ ਕੇ ਆਉਂਦੇ ਸਤਿਗੁਰਾਂ ਦੇ ਚਰਨਾਂ ਵਿੱਚ। ਦੇਖ ਭਾਲ ਸਭ ਹਾਰ ਸਿਧਾਏ। ਔਰ ਕਹਿੰਦੇ ਬੜੇ ਬੜੇ ਸਿੱਧ ਜਿਹੜੇ ਯੋਗੀ ਵਗੈਰਾ ਸੀ, ਕਰਾਮਾਤਾਂ ਨਾਲ ਭਰੇ ਹੋਏ, ਉਹ ਆਉਂਦੇ ਕਹਿੰਦੇ ਅਸੀਂ ਵੇਖਦੇ ਹਾਂ ਨਾਨਕ ਦੇ ਵਿੱਚ ਕਿੰਨੀ ਕੁ ਕਰਾਮਾਤ ਅਜਮਤ ਹੈ। ਉਹ ਆ ਕੇ ਗੁਰੂ ਬਾਬੇ ਦੇ ਨਾਲ ਪਰਖਾਂ ਕਰਦੇ, ਪਰ ਅਖੀਰ ਨੂੰ ਹਾਰ ਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਕੇ ਵਾਪਸ ਮੁੜਦੇ। ਹਾਂਜੀ। ਦੋਹਰਾ ਅਜ਼ਮਤੀਨ ਅਜ਼ਮਤ ਦੇਵੇਂ, ਗਿਆਨੀਨ ਗਿਆਨ ਸੁਨਾਏ। ਜਿਹੜੇ ਅਜਮਤੀ ਸਨ, ਜਿਹੜੇ ਅਜਮਤ ਵੇਖਣਾ ਚਾਹੁੰਦੇ, ਉਹ ਗੁਰੂ ਬਾਬੇ ਦੀ ਅਜਮਤ ਵੇਖਦੇ, ਮਹਾਰਾਜ ਵਿਖਾ ਦਿੰਦੇ ਉਹਨਾਂ ਨੂੰ ਅਜਮਤ। ਤੇ ਜੇ ਕੋਈ ਗਿਆਨ ਦਾ ਭਲਾਖੀ ਸੀ ਤਾਂ ਉਹਨੂੰ ਗਿਆਨ ਦੀ ਬਾਤ ਸੁਣਾਉਂਦੇ। ਵੱਡੇ ਵੱਡੇ ਪੰਡਤ ਗਿਆਨੀ ਆ ਕੇ ਚਰਚਾ ਕਰਦੇ ਨਾਨੂ ਵਰਗੇ ਗੁਰੂ ਨਾਨਕ ਸਾਹਿਬ ਨਾਲ, ਪਰ ਉਹਨਾਂ ਗਿਆਨੀਆਂ ਨੂੰ ਐਸਾ ਗਿਆਨ ਸੁਣਾਉਂਦੇ ਕਿ ਹੱਥ ਜੋੜ ਕੇ ਉਹ ਗਿਆਨੀ ਵੀ ਗੁਰੂ ਚਰਨਾਂ 'ਚ ਬੇਨਤੀਆਂ ਕਰਦਿਆਂ ਕਹਿੰਦੇ, ਮਹਾਰਾਜ ਅਸੀਂ ਤਾਂ ਹੁਣ ਤਾਈਂ ਗਿਆਨੀ ਹੋਣ ਦਾ ਭੁਲੇਖਾ ਹੀ ਆਪਣੇ ਹਿਰਦੇ 'ਚ ਪਾਲੀ ਬੈਠੇ ਸੀ। ਅਸਲ ਵਿੱਚ ਤਾਂ ਮਹਾਰਾਜ ਅਸੀਂ ਨਿਰੇ ਅਗਿਆਨੀ ਸੀ, ਗਿਆਨ ਤਾਂ ਅੱਜ ਤੁਹਾਡੇ ਚਰਨਾਂ 'ਚੋਂ ਪ੍ਰਾਪਤ ਹੋਇਆ। ਉਹ ਵੱਡੇ ਵੱਡੇ ਗਿਆਨੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਉਂਦੇ। ਜੈਸੀ ਮਨਸਾ ਕਰ ਆਵੇਂ ਤੈਸੋ ਦੇ ਸਮਝਾਏ। ਕੋਈ ਜਿਹੋ ਜੀ ਮਨਸਾ ਕਰਕੇ ਆਉਂਦਾ ਉਹਨੂੰ ਉਦਾਂ ਹੀ ਮਹਾਰਾਜ ਜੀ ਸਮਝਾਉਂਦੇ। ਜਿਹੜਾ ਜੈਸੀ ਮਨਸਾ ਲੈ ਕੇ ਆਉਂਦਾ ਉਹਨੂੰ ਵੈਸੀ ਦਸ਼ਾ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੁੰਦੀ। ਜੋ ਪਈ ਬਾਬੇ ਕੋ ਉਦਾਸੀ ਆਈ। ਸੁਲਤਾਨਪੁਰ ਸਾਹਿਬ ਵੀ ਮਹਾਰਾਜ ਜੀ ਦੇ ਮਨ 'ਚ ਉਪਰਾਮਤਾ ਆਈ ਕਿ ਹੁਣ ਇੱਥੋਂ ਉਦਾਸੀ ਕਰੀਏ। ਬਾਬੇ ਸੁਰਤ ਪਰਦੇਸੇ ਲਾਈ। ਬਾਬੇ ਨੇ ਆਪਣੀ ਸੁਰਤ ਪ੍ਰਦੇਸ਼ ਵਿੱਚ ਲਾਈ। ਵੇਖਿਆ ਕਿੱਥੇ ਕਿੱਥੇ ਰਾਜੇ ਸ਼ਿਵਨਾਭ ਵਰਗੇ, ਕੌਡੇ ਰਾਖਸ਼ ਵਰਗੇ ਸੱਜਣ ਠੱਗ ਜਏ,
ਵਲੀ ਕੰਧਾਰੀ ਵਰਗੇ, ਭੂਮੀਏ ਚੋਰ ਵਰਗੇ, ਨੂਰ ਸ਼ਾਹ ਜਾਦੂਗਰਨੀਆਂ ਵਰਗੇ ਮੁਨਾਫਕ ਦੇਸ਼ ਦੇ ਵਿੱਚ ਮੁਨਫ ਹੋਏ ਲੋਕ ਸਾਰੀ ਦੁਨੀਆ ਵੱਲ ਨਿਗਾਹ ਮਾਰ ਕੇ ਵੇਖੀ ਕਿ ਸਭ ਪਾਸੇ ਸਾਡੀ ਲੋੜ ਹੈ। ਗੁਰੂ ਬਾਬੇ ਦੇ ਮਨ ਵਿੱਚ ਉਸ ਵੇਲੇ ਐਸੀ ਉਦਾਸੀ ਕਰਨ ਦੀ ਬਿਰਤੀ ਜਾਗੀ। ਲੈ ਮਰਦਾਨੋ ਸਾਥ ਰਲਾਏ। ਭਾਈ ਮਰਦਾਨੇ ਨੂੰ ਸੱਦਿਆ। ਭਾਈ ਬਾਲਾ ਜੀ ਪਹਿਲਾਂ ਹੀ ਕੋਲ ਸਨ। ਮਰਦਾਨੇ ਨੂੰ ਆਖਿਆ, ਮਰਦਾਨਿਆ ਜਾ ਰਬਾਬ ਲੈ ਕੇ ਆ। ਆਖਿਆ, ਮਹਾਰਾਜ ਰਬਾਬ ਲਿਆਉਣ ਵਾਸਤੇ ਮਾਇਆ ਚਾਹੀਦੀ ਹੈ। ਆਖਿਆ ਜੀ ਪਾਸੋਂ ਮਾਇਆ ਲੈ ਲੈ। ਬੇਬੇ ਕੋਲੋਂ ਮਾਇਆ ਲੈ ਕੇ ਜਾ, ਉੱਥੇ ਫਿਰੰਦੇ ਨਾਂ ਦਾ ਰਬਾਬੀ ਮਿਲੇਗਾ, ਉਹਦੇ ਕੋਲ ਰਬਾਬ ਲੈ ਕੇ ਸਾਡੇ ਕੋਲ ਆ ਜਾਈਂ। ਬੇਬੇ ਨਾਨਕੀ ਨੂੰ ਜਾ ਕੇ ਭਾਈ ਮਰਦਾਨੇ ਨੇ ਬੇਨਤੀ ਕੀਤੀ, ਬਾਬਾ ਜੀ ਨੇ ਪੈਸੇ ਮੰਗੇ ਐ, ਰਬਾਬ ਲਿਆਉਣੀ ਹੈ। ਬੇਬੇ ਆਖਿਆ, ਕਿੰਨੇ ਪੈਸੇ ਲੱਗਣੇ ਮੇਰੇ ਉਹ ਭਾਗ ਕਿ ਮੇਰੇ ਵੀਰ ਨੇ ਜਿਸ ਰਬਾਬ ਤੇ ਕੀਰਤਨ ਗਾਇਨ ਕਰਨਾ, ਉਹ ਰਬਾਬ ਦੀ ਸੇਵਾ ਮੇਰੇ ਵੱਲੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਹਿਲੀ ਵਾਰ ਹੋਣੀ ਹੈ। ਮੇਰੇ ਉਹ ਭਾਗ ਦੱਸ ਉਹਦੀ ਕਿੰਨੀ ਮਾਇਆ ਲੱਗਣੀ ਹੈ। ਭਾਈ ਮਰਦਾਨੇ ਵੀ ਆਖਿਆ, ਮਾਂ ਬੇਬੇ ਇਹ ਤਾਂ ਨਹੀਂ ਪਤਾ, ਪਰ ਘਟੋ ਘਟ 100 ਰੁਪਈਆ ਤਾਂ ਚਾਹੀਦਾ ਹੈ। ਮਾਇਆ ਲੈ ਕੇ ਪਹੁੰਚੇ। ਫਿਰੰਦੇ ਨਾਂ ਦਾ ਰਬਾਬੀ ਮਿਲਿਆ, ਉਹਦੇ ਕੋਲੋਂ ਰਬਾਬ ਲਿਆ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭਾਈ ਮਰਦਾਨਾ ਜੀ ਹਾਜ਼ਰ ਹੋਏ। ਮਹਾਰਾਜ ਜੀ ਕਹਿੰਦੇ ਆ, ਮਰਦਾਨਿਆਂ ਰਬਾਬ ਛੇੜ। ਮਰਦਾਨਾ ਜੀ ਅੱਗੋਂ ਰਬਾਬ ਨੂੰ ਸੁਰ ਕਰਨ ਲੱਗ ਪਏ, ਜਿਵੇਂ ਤੰਦਾਂ ਸੁਰ ਕਰੀ ਦੀਆਂ ਨੇ। ਮਹਾਰਾਜ ਜੀ ਕਹਿੰਦੇ, ਮਰਦਾਨਿਆਂ ਵਜਾ ਆਪੇ ਸੁਰ ਹੋ ਜਾਏਗੀ, ਇਹ ਤਾਂ ਸੁਰ ਕੀਤੀ ਕਰਾਈ ਆਈ ਹੈ। ਭਾਈ ਮਰਦਾਨੇ ਨੇ ਰਬਾਬ ਦੀਆਂ ਤੰਦਾਂ ਛੇੜੀਆਂ। ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਰਬਾਬ ਵੱਜੀ ਤੇ ਉਸ ਵੇਲੇ ਦਰਖਤਾਂ ਵਿੱਚੋਂ ਵੀ ਰਸ ਨੁਚੜਨ ਲੱਗ ਪਿਆ। ਸ੍ਰੀ ਸੁਲਤਾਨਪੁਰ ਸਾਹਿਬ ਤੋਂ ਮਹਾਰਾਜ ਜੀ ਨੇ ਉਦਾਸੀ ਵਾਸਤੇ ਆਪਣੀ ਯਾਤਰਾ ਪ੍ਰਾਰੰਭ ਕੀਤੀ। ਸੁਲਤਾਨਪੁਰ ਸਾਹਿਬ ਤੋਂ ਚੱਲਣ ਲੱਗੇ ਤੇ ਮਾਤਾ ਸੁਲੱਖਣੀ ਨੇ ਆ ਕੇ ਹੱਥ ਜੋੜੇ। ਆਖਿਆ, ਪਤੀ ਦੇਵ ਜੀ ਸੰਸਾਰ ਦਾ ਫਿਕਰ ਲੈ ਕੇ ਆਪਣੇ ਮਨ 'ਚ ਚੱਲੇ ਹੋ, ਆਪਣੇ ਨਾਲ ਸਾਹਿਬਜ਼ਾਦਿਆਂ ਦਾ ਵੀ ਫਿਕਰ ਕਰੋ। ਗਰੀਬ ਨਵਾਜ ਸਾਹਿਬ ਨੇ ਬਚਨ ਕੀਤਾ, ਸੁਲੱਖਣੀ ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਨੂੰ ਪੈਦਾ ਕੀਤਾ ਹੈ ਉਹੀ ਇਹਨਾਂ ਦਾ ਪਾਲਣਹਾਰ ਹੈ। ਇਹ ਕਹਿ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਸਾਹਿਬ ਤੋਂ ਉਦਾਸੀ ਦੀ ਆਰੰਭਤਾ ਕੀਤੀ। ਮਰਦਾਨੇ ਨੂੰ ਨਾਲ ਰਲਾਇਆ। ਲਿਓ ਰਬਾਬ ਉਨ ਮੋਢੇ ਚਾਏ। ਭਾਈ ਮਰਦਾਨੇ ਨੇ ਰਬਾਬ ਮੋਢੇ ਤੇ ਚਾ ਲਈ, ਚੁੱਕ ਲਈ ਤੇ ਭਾਈ ਬਾਲਾ ਸਾਹਿਬ ਜੀ ਨਾਲ ਚੱਲ ਪਏ। ਜੈ ਬਾਬੇ ਕੋ ਖੁਸ਼ੀ ਚਿੱਤ ਆਵੇ। ਜਿੱਥੇ ਬਾਬੇ ਦੇ ਮਨ 'ਚ ਖੁਸ਼ੀ ਆਉਂਦੀ, ਜਿੱਥੇ ਬਾਬੇ ਦੇ ਚਿੱਤ ਵਿੱਚ ਆਉਂਦਾ। ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਬਾਬਾ ਸ਼ਬਦ ਨਾਲ ਸੰਬੋਧਨ ਕੀਤਾ। ਜਾਹਰ ਪੀਰ ਜਗਤ ਗੁਰ ਬਾਬਾ, ਘਰ ਘਰ ਬਾਬਾ ਗਾਵੀਐ। ਬਾਬਾ ਸ਼ਬਦ ਨਾਲ ਭਾਈ ਰਤਨ ਸਿੰਘ ਜੀ ਵੀ ਸੰਬੋਧਨ ਕਰ ਰਹੇ ਨੇ। ਕਹਿੰਦੇ ਜਿੱਥੇ ਬਾਬੇ ਦੇ ਮਨ 'ਚ ਖੁਸ਼ੀ ਆਉਂਦੀ ਤਾਂ ਕਹਿੰਦੇ ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਇਹ ਨਹੀਂ ਸੀ ਕਹਿੰਦੇ ਵੀ ਆਹ ਰਾਗ ਵਜਾ, ਵੀ ਇਸ ਰਾਗ ਵਿੱਚ ਗਾਉਣੀ ਹੈ। ਮਰਦਾਨੇ ਦਾ ਵੀ ਮਨ ਇਹੋ ਜਿਹਾ ਮਿਲਿਆ ਹੋਇਆ ਗੁਰੂ ਬਾਬੇ ਨਾਲ। ਗੁਰੂ ਬਾਬੇ ਦੇ ਅੰਦਰ ਜਿਹੜੇ ਰਾਗ ਵਿੱਚ ਬਾਣੀ ਉਤਰਨੀ, ਉਸੇ ਰਾਗ ਵਿੱਚ ਭਾਈ ਮਰਦਾਨੇ ਨੇ ਪਹਿਲੋਂ ਹੀ ਰਬਾਬ ਦੀਆਂ ਤੰਦਾਂ ਛੇੜ ਦੇਣੀਆਂ। ਔਰ ਗੁਰੂ ਬਾਬੇ ਨੇ ਆਪਣੀ ਰਸਨਾ ਤੋਂ ਚਾਰ ਨਾਲ ਸ਼ਬਦ ਗਾਇਨ ਕਰਨਾ। ਰਬਾਬ ਬਜਵਾਏ ਸ਼ਬਦ ਬੈ ਗਾਵੇ। ਰਬਾਬ ਭਾਈ ਮਰਦਾਨੇ ਕੋਲੋਂ ਵਜਵਾਉਣੀ ਔਰ ਗੁਰੂ ਬਾਬੇ ਨੇ ਆਪਣੀ ਰਸਨਾ ਤੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਗਾਇਨ ਕਰਨਾ। ਜਦੋਂ ਇੱਥੋਂ ਗਏ ਤਾਂ ਪਹਿਲਾਂ ਕੁਰਕਸ਼ੇਤਰ ਪਹੁੰਚੇ। ਕੁਰਕਸ਼ੇਤਰ ਵਿਖੇ ਗੁਰੂ ਖਾਲਸਾ ਜੀ ਸੂਰਜ ਗ੍ਰਹਿਣ ਦਾ ਮੇਲਾ ਸੀ। ਨਾਨੂ ਵਰਗੇ ਪੰਡਤ ਮਹਾਰਾਜ ਜੀ ਨਾਲ ਇੱਥੇ ਚਰਚਾ ਕਰਨ ਆਏ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਸ਼ਬਦ ਉਚਾਰਨ ਕੀਤਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਇਹ ਸ਼ਬਦ ਮਹਾਰਾਜ ਜੀ ਨੇ ਇੱਥੇ ਗਾਇਨ ਕੀਤਾ। ਸਿੱਧ ਸਾਧ ਓ ਪੀਰ ਮੁਰੀਦ। ਬੜੇ ਬੜੇ ਸਿੱਧ, ਬੜੇ ਬੜੇ ਸਾਧ, ਬੜੇ ਬੜੇ ਵੱਡੇ ਪੀਰ ਵਲੀ ਕੰਧਾਰੀ ਵਰਗੇ, ਬੜੇ ਬੜੇ ਵੱਡੇ ਮੁਰੀਦ। ਦੇਖ ਪਾਲੋਏ ਅਗੇ ਤੁਰੀਦ। ਸਤਿਗੁਰਾਂ ਨੂੰ ਚੰਗੀ ਤਰ੍ਹਾਂ ਦੇਖ ਕੇ, ਭਾਲ ਕੇ, ਪਰਖ ਕੇ
ਮਹਾਰਾਜ ਜੀ ਦੇ ਚਰਨਾਂ ਤੇ ਉਹ ਸੀਸ ਝੁਕਾਉਂਦੇ ਤੇ ਵਿਦਾ ਹੋ ਜਾਂਦੇ। ਗੁਰੂ ਸਾਹਿਬ ਉਹਨਾਂ ਸਿੱਧਾਂ ਸਾਧਾਂ ਨੂੰ ਬੜੇ ਡੇਰਿਆਂ ਤੇ ਜਾ ਕੇ ਮਿਲੇ, ਜਿੱਥੇ ਜਿੱਥੇ ਵੀ ਸੁਣਿਆ ਕੋਈ ਸਿੱਧ ਸਾਧ ਰਹਿੰਦਾ, ਕੋਈ ਪੀਰ ਰਹਿੰਦਾ, ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਅਕਲ ਦੇ ਕੇ ਸਤਿਗੁਰੂ ਜੀ ਉੱਥੋਂ ਅੱਗੇ ਚੱਲ ਪੈਂਦੇ। ਜੈ ਜੈ ਬਾਬਾ ਦੇਸੇ ਜਾਏ, ਜਿਹੜੇ ਜਿਹੜੇ ਦੇਸ਼ ਵਿੱਚ ਬਾਬਾ ਜੀ ਜਾਂਦੇ ਹਨ, ਜਿਸ ਜਿਸ ਦੇਸ਼ ਵਿੱਚ ਵੀ ਬਾਬਾ ਜੀ ਚਰਨ ਪਾਉਂਦੇ ਨੇ, ਦੇ ਉਪਦੇਸ਼ ਸਚ ਨਾਮੇ ਲਾਏ। ਉਸੇ ਦੇਸ਼ ਵਿੱਚ ਜਾ ਕੇ ਉਪਦੇਸ਼ ਦੇ ਕੇ ਹਰ ਇੱਕ ਮਾਈ ਭਾਈ ਨੂੰ ਸੱਚੇ ਨਾਮ ਨਾਲ ਜੋੜਦੇ ਹਨ। ਸਭ ਨੂੰ ਕਹਿੰਦੇ ਆ ਭਾਈ ਨਾਮ ਜਪੋ, ਨਿਰੰਕਾਰ ਦੇ ਸੱਚੇ ਨਾਮ ਦੀ ਆਰਾਧਨਾ ਕਰੋ। ਪੀਰ ਪਿਕੰਬਰ ਦੇਵੀ ਦੇਵ, ਵੱਡੇ ਵੱਡੇ ਪੈਗੰਬਰ, ਵੱਡੇ ਵੱਡੇ ਦੇਵੀਆਂ ਤੇ ਦੇਵਤੇ ਦੂਰ ਕਰਾਈ ਇਨ ਕੀ ਸੇਵ। ਜਿਹੜੇ ਇਹਨਾਂ ਨੂੰ ਪੂਜਦੇ ਸਨ, ਮਹਾਰਾਜ ਜੀ ਨੇ ਆਖਿਆ ਅਕਾਲ ਨੂੰ ਪੂਜੋ ਜਿਹਨੇ ਇਹਨਾਂ ਨੂੰ ਬਣਾਇਆ। ਜਿੱਥੋਂ ਇਹ ਸਾਰੇ ਸ਼ਕਤੀਆਂ ਲੈ ਕੇ ਆਉਂਦੇ ਆ ਉਹਨੂੰ ਪੂਜੋ। ਤੁਸੀਂ ਇਹਨਾਂ ਪੀਰਾਂ ਪੈਗੰਬਰਾਂ ਦੇਵੀਆਂ ਦੇਵਾਂ ਨੂੰ ਪੂਜ ਰਹੇ ਹੋ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਅਕਾਲ ਪੁਰਖ ਨੂੰ ਪੂਜੋ, ਨਿਰੰਕਾਰ ਦੀ ਪੂਜਾ ਕਰੋ, ਉਹਨੂੰ ਸੇਵੋ। ਇਹ ਹੁਕਮ ਮਹਾਰਾਜ ਜੀ ਨੇ ਕੀਤਾ। ਵੀਰ ਸਿੱਧ ਉਹ ਮੰਤਰ ਤੰਤਰ, ਕਹਿੰਦੇ ਜਿਹੜੇ ਵੱਡੇ ਵੱਡੇ 52 ਵੀਰ ਕਹੇ ਜਾਂਦੇ ਸੀ, ਸਿੱਧ ਕਹੇ ਜਾਂਦੇ ਸੀ, ਮੰਤਰਾਂ ਤੰਤਰਾਂ ਨੂੰ ਜਾਣਨ ਵਾਲੇ, ਸੁਨੇ ਨਾ ਕਹੇ ਜਾਲ ਜਿਉ ਜੰਤਰ। ਜਿਹੜੇ ਉਹ ਇਹੋ ਜਿਹੇ ਮੰਤਰ ਜੰਤਰਾਂ ਨੂੰ ਮਹਾਰਾਜ ਜੀ ਕਹਿੰਦੇ ਨਾ ਸੁਣੋ ਨਾ ਕਹੋ, ਇਹਨਾਂ ਤੰਤਰਾਂ ਜੰਤਰਾਂ ਨੂੰ ਸਾੜ ਦਿਓ। ਉਹਨਾਂ ਮੰਤਰਾਂ ਤੰਤਰਾਂ ਜੰਤਰਾਂ ਦੀ ਪੂਜਾ ਤੋਂ ਲੋਕਾਂ ਨੂੰ ਹਟਾਇਆ ਔਰ ਪਰਮੇਸ਼ਰ ਦੇ ਭਜਨ ਨਾਲ ਜੋੜਿਆ। ਗੁੱਗੋ ਲੰਜ ਉਹ ਭੂਤ ਜੋ ਪ੍ਰੇਤ। ਫਿਰ ਮਹਾਰਾਜ ਜੀ ਨੇ ਜਿਹੜੇ ਆ ਗੂਗਾ ਵਗੈਰਾ ਪੂਜਣ ਵਾਲੇ ਬੜੇ ਸਨ ਲੋਕ, ਇਹ ਗੂਗਾ ਚੌਹਾਨ ਰਾਜਪੂਤ ਹੋਇਆ ਇੱਧਰ ਰਾਜਸਥਾਨ ਦਾ। ਇਹਨੂੰ ਕੋਈ ਸੱਪ ਵਗੈਰਾ ਜਿਹੜੇ ਡਸਦੇ ਸਨ, ਉਹਨਾਂ ਦਾ ਜ਼ਹਿਰ ਲਾਣਾ ਆ ਗਿਆ, ਉੱਥੋਂ ਇਹਨੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਤੋ ਕਹਿੰਦੇ ਬੜੇ ਜਿਹੜੇ ਉਹਨੂੰ ਪੂਜਦੇ ਸਨ, ਜਿਹੜੇ ਚਮਤਕਾਰਾਂ ਦਾ ਪ੍ਰਕਾਸ਼ ਵੇਖ ਕੇ ਉਹਨਾਂ ਨੂੰ ਪੂਜਦੇ, ਭੂਤਾਂ ਪ੍ਰੇਤਾਂ ਨੂੰ ਪੂਜਦੇ ਸਨ। ਦੂਰ ਕਰਾਏ ਇਨਕੇ ਹੇਤ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਇਹਨਾਂ ਦੇ ਹੇਤ ਤੋਂ ਦੂਰ ਹਟਾਇਆ। ਆਖਿਆ ਇਹਨਾਂ ਦੀ ਪੂਜਾ ਨਾ ਕਰੋ, ਪੂਜਾ ਅਕਾਲ ਦੀ ਕਰੋ, ਪਰਮੇਸ਼ਰ ਦੀ ਕਰੋ। ਇਹ ਕਿੱਥੇ ਤੁਸੀਂ ਕਿਹੜੇ ਉਲਝੇਵਿਆਂ ਚ ਉਲਝੇ ਹੋਏ ਹੋ? ਇਹ ਕਿੱਥੇ ਕਿਤੇ ਮਾੜੀਆਂ ਨੂੰ, ਕਬਰਾਂ ਨੂੰ, ਬੁੱਤਾਂ ਨੂੰ ਜਾ ਜਾ ਕੇ ਪੂਜਦੇ ਹੋ। ਅਕਾਲ ਪੁਰਖ ਦੀ ਪੂਜਾ ਕਰੋ, ਪਰਮੇਸ਼ਰ ਦੀ ਪੂਜਾ ਕਰੋ। ਏਦਾਂ ਜਿਹੜੇ ਲੋਕ ਭੁੱਲੇ ਹੋਏ ਸਨ, ਆਪਣੇ ਮਾਰਗ ਤੋਂ ਭਟਕੇ ਹੋਏ ਸਨ, ਉਹਨਾਂ ਭੁੱਲਿਆਂ ਹੋਇਆਂ ਨੂੰ, ਮਾਰਗਾਂ ਤੋਂ ਭਟਕਿਆਂ ਹੋਇਆਂ ਨੂੰ ਗੁਰੂ ਬਾਬਾ ਜੀ ਨੇ ਜਾ ਜਾ ਕੇ ਮਾਰਗ ਤੇ ਪਾਇਆ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਭੁੱਲਿਆ ਹੋਇਆਂ ਨੂੰ ਗੁਰੂ ਬਾਬਾ ਜੀ ਨੇ ਮਾਰਗ ਤੇ ਪਾਇਆ। ਦੋਹਰਾ ਹਿੰਦੂਆਂ ਕੈ ਤੁਰਕਨ ਕੈ ਜੈ ਜੈ ਦੇਸੇ ਜਾਏ। ਚਾਹੇ ਕਿਸੇ ਹਿੰਦੂ ਦੇ ਦੇਸ਼ 'ਚ ਜਾਣ, ਹਿੰਦੂ ਦੇਸ਼ ਦਾ ਮਤਲਬ ਤੀਰਥ ਉਹਨਾਂ ਦੇ, ਚਾਹੇ ਕਿਸੇ ਮੁਸਲਮਾਨਾਂ ਦੇ ਦੇਸ਼ ਵਿੱਚ ਯਾਨੀ ਕਿ ਮੱਕੇ ਗਏ, ਮਦੀਨੇ ਗਏ, ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਜਿਹੜੇ ਦੇਸ਼ ਵਿੱਚ ਵੀ ਗਏ, ਹੱਕ ਪਰਾਇਓ ਉਨ ਕਏ ਉਸੈ ਸੂਰ ਉਸ ਗਾਏ। ਜੇ ਹਿੰਦੂਆਂ ਕੋਲ ਗਏ ਤਾਂ ਉਹਨਾਂ ਨੂੰ ਆਖਿਆ ਉਹ ਤੁਹਾਡੇ ਲਈ ਪਰਾਇਆ ਹੱਕ ਏਦਾਂ ਜਿਵੇਂ ਗਊ ਖਾਣੀ ਹੈ। ਜੇ ਮੁਸਲਮਾਨਾਂ ਕੋਲ ਗਏ ਤਾਂ ਉਹਨਾਂ ਨੂੰ ਕਿਹਾ ਹੱਕ ਪਰਾਇਆ ਖਾਣ ਦਾ ਮਤਲਬ ਹੈ ਕਿ ਤੁਸੀਂ ਸੂਰ ਖਾ ਰਹੇ ਹੋ, ਕਿਉਂਕਿ ਮੁਸਲਮਾਨ ਵਾਸਤੇ ਸੂਰ ਖਾਣਾ ਹਰਾਮ ਹੈ, ਹਿੰਦੂ ਵਾਸਤੇ ਗਊ ਖਾਣੀ ਹਰਾਮ ਹੈ। ਮਹਾਰਾਜ ਕਹਿੰਦੇ ਉਦਾਂ ਤੁਸੀਂ ਸੂਰ ਗਾਂ ਨਹੀਂ ਖਾਂਦੇ, ਪਰ ਜਦੋਂ ਪਰਾਇਆ ਹੱਕ ਖਾਂਦੇ ਹੋ ਕਿਸੇ ਦਾ ਖੋ ਕੇ, ਇਹ ਵੀ ਤਾਂ ਸੂਰ ਤੇ ਗਾਂ ਖਾਣ ਦੇ ਤੁੱਲ ਹੈ ਨਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਉਪਦੇਸ਼ ਗੁਰੂ ਬਾਬਾ ਜੀ ਨੇ ਜਾ ਜਾ ਕੇ ਦਿੱਤਾ। ਚੋਪਈ ਐਸ ਭਾਂਤ ਉਨ ਸਾਚ ਸੁਨਾਏ। ਇਸ ਪ੍ਰਕਾਰ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸੱਚ ਹੈ ਉਹ ਸੱਚ ਲੋਕਾਂ ਨੂੰ ਦਸਾਇਆ, ਸੱਚ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ। ਦੇਵੈ ਦੋਇਨ ਸਾਚ ਲਗਾਏ। ਹਿੰਦੂਆਂ ਮੁਸਲਮਾਨਾਂ ਦੋਹਾਂ ਨੂੰ ਮਹਾਰਾਜ ਜੀ ਨੇ ਸੱਚ ਦੇ ਰਾਹ ਤੇ ਟੋਰਿਆ।
ਸੱਚ ਦੇ ਮਾਰਗ ਤੇ ਚਲਾਇਆ। ਤੁਰਕ ਕੁਰਾਨ ਉਹ ਹਿੰਦੂਆਂ ਵੇਦ, ਤੁਰਕਾਂ ਨੂੰ ਵਾਸਤੇ ਕੁਰਾਨ ਹੈ ਤੇ ਹਿੰਦੂਆਂ ਵਾਸਤੇ ਵੇਦ ਕਹੇ ਨੇ। ਵਾਚ ਕਹੇ ਉਨ ਸੱਚ ਸੱਚ ਭੇਦ। ਮਹਾਰਾਜ ਜੀ ਕਹਿੰਦੇ ਹੋ ਤੁਹਾਡੇ ਧਰਮ ਗ੍ਰੰਥਾਂ ਵਿੱਚ ਜਿਹੜੀ ਤੁਹਾਨੂੰ ਅਕਲ ਦਿੱਤੀ ਆ ਉਹ ਤਾਂ ਮੰਨੋ, ਉਹ ਤੁਹਾਨੂੰ ਕੀ ਕਹਿ ਰਹੇ ਨੇ ਉਹਦੇ ਬਾਰੇ ਵੀ ਤੁਸੀਂ ਆਪਣਾ ਧਿਆਨ ਜਿਹੜਾ ਹੈ ਹਟਾਇਆ ਹੋਇਆ ਹੈ। ਇੱਕ ਵਾਰ ਬਾਬਾ ਜੀ ਅਚਲ ਵਟਾਲੇ ਗਏ ਓ। ਕਹਿੰਦੇ ਇੱਕ ਵਾਰ ਗੁਰੂ ਬਾਬਾ ਜੀ ਕਰਤਾਰਪੁਰ ਸਾਹਿਬ ਜਦੋਂ ਮਹਾਰਾਜ ਜੀ ਅਖੀਰਲਾ ਸਮਾਂ ਸਹਿ ਬਤੀਤ ਕਰ ਰਹੇ ਤੇ ਅਚਲ ਬਟਾਲੇ ਆਏ। ਬਟਾਲਾ ਪੰਜਾਬ ਦਾ ਪ੍ਰਸਿੱਧ ਨਗਰ ਹੈ। ਇੱਥੇ ਗੁਰੂ ਬਾਬੇ ਦੀ ਸ਼ਾਦੀ ਹੋਈ ਮਾਤਾ ਸੁਲੱਖਣੀ ਜੀ ਦੇ ਨਾਲ। ਗੁਰੂ ਬਾਬਾ ਜੀ ਇੱਥੇ ਆਏ, ਮੇਲਾ ਸੁਣ ਸ਼ਿਵਰਾਤ ਦਾ। ਬਾਬਾ ਅਚਲ ਬਟਾਲੇ ਆਈ। ਸ਼ਿਵਰਾਤਰੀ ਦਾ ਮੇਲਾ ਲੱਗਦਾ ਸੀ ਬਟਾਲੇ, ਕਿਉਂਕਿ ਇੱਥੇ ਸਿੱਧਾਂ ਦਾ ਬੜਾ ਵੱਡਾ ਸ਼ਿਵ ਦਾ ਮੰਦਿਰ ਸੀ। ਉਹ ਮੇਲਾ ਮਨਾਉਣ ਆਉਂਦੇ ਸਨ। ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਾ ਗੁਰੂ ਬਾਬਾ ਜੀ ਅਕਸਰ ਮੇਲਿਆਂ ਤੇ ਜ਼ਰੂਰ ਜਾਂਦੇ। ਉਹਦਾ ਕਾਰਨ ਸੀ ਕਿ ਮੇਲਿਆਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਉਂਦੇ। ਜਿਹੜਾ ਸੁਨੇਹਾ ਦੇਣਾ ਹੁੰਦਾ ਸੀ ਉਹ ਹਜ਼ਾਰਾਂ ਵਿੱਚ ਫੈਲ ਜਾਂਦਾ ਸੀ। ਉਦਾਂ ਕੱਲੇ ਕੱਲੇ ਘਰ ਘਰ ਜਾ ਕੇ ਦੱਸਣਾ ਪੈਣਾ। ਕਿੱਥੇ ਮੇਲੇ 'ਚ ਹਜ਼ਾਰਾਂ ਲੋਕ ਇਕੱਠੇ ਹੋਏ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਦੇਣਾ। ਤੋ ਬਾਬਾ ਜੀ ਅਚਲ ਬਟਾਲੇ ਆਏ। ਜਿਸ ਵੇਲੇ ਅਚਲ ਬਟਾਲੇ ਆਏ ਇੱਥੇ ਬੜਾ ਵੱਡਾ ਸਿੱਧਾਂ ਦਾ ਮੇਲਾ ਸੀ। ਉਹਾ ਮੇਲਾ ਥਾ ਸਿੱਧਨ ਕਹਿਓ। ਇੱਥੇ ਸਿੱਧਾਂ ਨਾਲ ਮੇਲਾ ਕੀਤਾ। ਇੱਥੇ ਸਿੱਧ ਆਪਣੀ ਪੂਜਾ ਕਰਾਉਂਦੇ ਸੀ। ਲੋਕਾਂ ਨੂੰ ਆ ਕੇ ਨਾ ਆਪਣੇ ਨਾਟਕ ਚੇਟਕ ਜੇ ਵਿਖਾਉਣੇ ਕਰਾਮਾਤਾਂ ਜੀਆਂ ਤੇ ਆਪਣੀ ਪੂਜਾ ਕਰਾਉਣੀ। ਕਰ ਗੋਸ਼ਟ ਤੇ ਵੀ ਜਿੱਤ ਲਏ। ਜਦੋਂ ਪਾਤਸ਼ਾਹ ਇੱਥੇ ਆਏ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ। ਪਹਿਲਾਂ ਤਾਂ ਸਿੱਧਾਂ ਨੇ ਕਰਾਮਾਤਾਂ ਦਾ ਜ਼ੋਰ ਲਾਇਆ। ਸਾਹਿਬ ਨੇ ਸਾਰਿਆਂ ਦੀਆਂ ਖਿੱਚ ਲਈਆਂ ਕਰਾਮਾਤਾਂ। ਨਿਮੋ ਝੁਣੇ ਹੋ ਕੇ ਬਹਿ ਕੇ ਸਤਿਗੁਰਾਂ ਦੇ ਕੋਲ ਤੇ ਫਿਰ ਗੋਸ਼ਟ ਕੀਤੀ ਗੁਰੂ ਬਾਬੇ ਨਾਲ। ਜਦੋਂ ਸਿੱਧ ਗੋਸ਼ਟ ਕੀਤੀ ਤਾਂ ਸਿੱਧ ਗੋਸ਼ਟ ਕਰਦਿਆਂ ਇਹਨਾਂ ਸਿੱਧਾਂ ਦੇ ਮਨ 'ਚ ਸ਼ਾਂਤੀ ਆਈ। ਹਾਂਜੀ, ਲਾਏ ਸਿੱਧੀ ਤੇ ਉਹ ਥੱਕ ਗਏ। ਆਪਣੀਆਂ ਰਿੱਧੀਆਂ ਸਿੱਧੀਆਂ ਦਾ ਬਥੇਰਾ ਜ਼ੋਰ ਲਾਇਆ ਇਹਨਾਂ ਨੇ, ਪਰ ਗੁਰੂ ਬਾਬੇ ਤੇ ਇਹਨਾਂ ਦੀ ਕੋਈ ਸਿੱਧੀ ਦਾ ਜ਼ੋਰ ਨਹੀਂ ਚੱਲਿਆ। ਥੱਕ ਗਏ ਆਪਣੀਆਂ ਕਰਾਮਾਤਾਂ ਸਿੱਧੀਆਂ ਦਾ ਜ਼ੋਰ ਲਾਉਂਦੇ। ਸਿੱਧ ਕੁਰ ਲਾਣੀ ਬਾਲ ਗੁੰਦਾਈ। ਇਹ ਸਿੱਧ ਵਿੱਚੋਂ ਕੁਝ ਤਾਂ ਗੁਰੂ ਸਾਹਿਬ ਦੇ ਸੇਵਕ ਹੋ ਗਏ ਤੇ ਕੁਝ ਜਾ ਕੇ ਇਹਨਾਂ ਦਾ ਬਾਲ ਗੁੰਦਾਈ ਇੱਕ ਪ੍ਰਸਿੱਧ ਜੋਗੀ ਸੀ, ਜੇਲਮ ਦੇ ਇਲਾਕੇ 'ਚ ਰਹਿੰਦਾ। ਉੱਥੇ ਬਾਲ ਗੁੰਦਾਈ ਦਾ ਟਿੱਲਾ ਹੈ। ਕੁਝ ਸਿੱਧ ਬਾਲ ਗੁੰਦਾਈ ਦੇ ਕੋਲ ਗਏ ਤੇ ਉੱਥੇ ਹਾਰ ਕੇ ਬਾਲ ਗੁੰਦਾਈ ਨੂੰ ਚੁਗਲੀ ਕੀਤੀ। ਹਾਰ ਸਿੱਧਨ ਜਾਏ ਚੁਗਲੀ ਖਾਈ। ਹਾਰ ਕੇ ਸਿੱਧਾਂ ਨੇ ਉੱਥੇ ਚੁਗਲੀ ਕੀਤੀ ਬਾਲ ਗੁੰਦਾਈ ਕੋਲ। ਨਾਨਕ ਸਿੱਧ ਨਵਾਂ ਇੱਕ ਭਇਆ। ਕਹਿੰਦੇ ਇੱਕ ਨਾਨਕ ਸਿੱਧ ਨਵਾਂ ਹੀ ਪੈਦਾ ਹੋ ਗਿਆ ਧਰਤੀ ਤੇ। ਬਾਲ ਗੁੰਦਾਈ ਜੀ ਤਾਂ ਸਾਡੀ ਪੇਸ਼ ਹੀ ਨਹੀਂ ਜਾਣ ਦਿੰਦਾ। ਗੱਲ ਕਰੀਏ ਸਾਡੀ ਗੱਲ ਦੇ, ਜਿਹੜਾ ਅਸੀਂ ਸਵਾਲ ਕਰਦੇ ਆ ਝੱਟ ਜਵਾਬ ਦੇ ਦਿੰਦਾ। ਜਿਹੜਾ ਉਹ ਸਵਾਲ ਕਰਦਾ ਸਾਡੇ ਕੋਲ ਜਵਾਬ ਨਹੀਂ ਔੜਦਾ। ਬਾਲ ਗੁੰਦਾਈ ਕੋਲ ਜਾ ਕੇ ਇਹਨਾਂ ਨੇ ਟਿੱਲੇ ਤੇ ਬਾਲ ਗੁੰਦਾਈ ਦੇ ਕੋਲ ਸ਼ਿਕਾਇਤ ਕੀਤੀ, ਚੁਗਲੀ ਕੀਤੀ। ਸਭ ਕੀ ਲਾਏ ਸੋ ਲੈ ਗਿਆ। ਉਹ ਤਾਂ ਸਾਰਿਆਂ ਦੀਆਂ ਕਰਾਮਾਤਾਂ ਖਿੱਚ ਕੇ ਲੈ ਗਿਆ। ਸਾਡੀ ਸਾਰਿਆਂ ਦੀ ਪਾਤੋਂ ਨੇ ਲਾਹ ਦਿੱਤੀ ਤੇ ਬਾਲ ਗੁੰਦਾਈ ਤੂੰ ਵੀ ਤਾਂ ਸਿੱਧ ਹੈ, ਸਾਡੇ ਨਾਲ ਤੇਰੀ ਵੀ ਲੈ ਗਈ। ਸੁਨੋ ਨ ਸਿੱਧਨ ਕੀਓ ਹੰਕਾਰ। ਬਾਲ ਗੁੰਦਾਈ ਦੇ ਮਨ 'ਚ ਥੋੜਾ ਹੰਕਾਰ ਆਇਆ। ਈਆ ਆਵੇ ਤੋ ਜਾਊਗਾ ਹਾਰ। ਬਾਲ ਗੁੰਦਾਈ ਕਹਿੰਦਾ ਜੇ ਨਾਨਕ ਇੱਥੇ ਆਇਆ ਇੱਥੇ ਆ ਕੇ ਹਾਰ ਜਾਏਗਾ ਮੇਰੇ ਕੋਲ। ਇੱਥੇ ਆ ਗਿਆ ਉਹ ਤਾਂ ਉਹ ਹਾਰ ਜਾਵੇਗਾ। ਇਹ ਸੁਨ ਬਾਬਾ ਜੀ ਉਹਾਂ ਸਿਧਾਰੇ। ਬਾਬੇ ਨੇ ਵੇਖਿਆ ਮਰੀਜ਼ ਹੈਗਾ ਉੱਥੇ ਤਾਂ ਉਹਦਾ ਇਲਾਜ ਕਰਨਾ ਚਾਹੀਦਾ ਜਾ ਕੇ। ਬਾਬਾ ਜੀ ਉੱਥੇ ਹੀ ਜਾ ਪਹੁੰਚੇ। ਕਹਿੰਦੇ ਲੈ ਵੀ ਬਾਲ ਗੁੰਦਾਈ ਆ ਗਏ, ਤੂੰ ਕਹਿੰਦਾ ਸੀ ਮੇਰੇ ਕੋਲ ਆਉਣਗੇ ਤੇ ਹਾਰਨਗੇ, ਲੈ ਆ ਗਏ ਅਸੀਂ ਤੇਰੇ ਕੋਲ। ਉਸ ਕੋ ਜੀਤ ਗੁਰ ਆਗੇ ਪਧਾਰੇ। ਬਾਲ ਗੁੰਦਾਈ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਕੇ ਗੁਰੂ ਸਾਹਿਬ ਜੀ ਦਾ ਸੇਵਕ ਬਣ ਗਿਆ। ਬਾਲ ਗੁੰਦਾਈ ਨੂੰ ਵੀ ਜਿੱਤਿਆ। ਜਿੱਤ ਕੇ ਬਾਬਾ ਜੀ ਉੱਥੋਂ ਅੱਗੇ ਗਏ। ਦੋਹਰਾ ਫਰੀਦ ਪਟਨ ਮੁਲਤਾਨ ਮਦ ਉਚਨ ਲੋ ਜੋ ਪੀਰ। ਫਰੀਦ ਜੀ ਦੇ ਨਗਰ ਪਾਕ ਪਟਨ, ਜਿੱਥੋਂ ਦੇ ਫਰੀਦ ਜੀ ਹੋਏ,
ਫਰੀਦ ਜੀ ਦੀ ਜਗ੍ਹਾ ਤੇ ਜਿਹੜੇ ਅੱਗੇ ਫਕੀਰ ਸਨ ਉਹ ਗੁਰੂ ਨਾਨਕ ਸਾਹਿਬ ਨੂੰ ਮਿਲੇ, ਉਹਨਾਂ ਨਾਲ ਵੀ ਵਾਰਤਾ ਹੋਈ। ਫਿਰ ਮੁਲਤਾਨ ਗਏ ਤੋ ਮੁਲਤਾਨੇ ਦੀ ਜਾਰਤ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚ ਦਾ ਇਲਾਕਾ ਹੈ ਮੁਲਤਾਨ ਦੇ ਨਾਲ, ਇੱਥੇ ਉੱਚ ਦੇ ਪੀਰ ਸਦਾਉਂਦੇ ਨੇ। ਖਾਲਸਾ ਜੀ ਜਿਹੜੇ ਉੱਚ ਦੇ ਪੀਰ ਨੇ ਗੁਰੂ ਨਾਨਕ ਸਾਹਿਬ ਦੇ ਸੇਵਕ ਸਨ। ਗੁਰੂ ਨਾਨਕ ਸਾਹਿਬ ਉੱਥੇ ਗਏ, ਮਹਾਰਾਜ ਜੀ ਦੇ ਮੁਰੀਦ ਹੋ ਗਏ, ਕੇਸਾ ਧਾਰੀ ਰਹੇ। ਇਹ ਕੇਸ ਨਹੀਂ ਕਤਲ ਕਰਾਉਂਦੇ ਜਿਹੜੇ ਉੱਚ ਦੇ ਪੀਰ। ਇਸੇ ਕਰਕੇ 10ਵੇਂ ਜਾਮੇ 'ਚ ਜਦੋਂ ਮਹਾਰਾਜ ਜੀ ਵੈਰੀਆਂ ਦੇ ਘੇਰੇ 'ਚੋਂ ਮਾਛੀ ਬਾੜਿਓ ਨਿਕਲੇ ਨੇ ਤਾਂ ਉੱਚ ਦੇ ਪੀਰ ਬਣ ਕੇ ਗਏ ਨੇ, ਗੁਰੂ ਨਾਨਕ ਸਾਹਿਬ ਦੇ ਮੁਰੀਦ ਬਣ ਕੇ ਗਏ ਨੇ। ਭੇਸ ਵੀ ਜੇ ਬਦਲਿਆ ਤੇ ਗੁਰੂ ਨਾਨਕ ਸਾਹਿਬ ਦੇ ਸੇਵਕ ਦਾ ਭੇਸ ਬਣਾਇਆ। ਇਹ ਉੱਚ ਦੇ ਪੀਰ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਸੇਵਕ ਸਨ। ਉਥਰ ਨਾਨਕ ਸਾਹਿਬ ਗਏ, ਉਹਨਾਂ ਪੀਰਾਂ ਦੇ ਅੰਦਰ ਸ਼ਾਂਤੀ ਵਰਤਾਈ। ਸਭ ਹੰਸੋਂ ਕਰ ਗੋਸ਼ਟਾ ਨੈ ਕਿਸ ਕੀ ਛੱਡੀ ਤਤਬੀਰ। ਸਾਰਿਆਂ ਨਾਲ ਮਹਾਰਾਜ ਜੀ ਨੇ ਗੋਸ਼ਟ ਕੀਤੀ, ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਪੀਰਾਂ ਨਾਲ ਗੋਸ਼ਟ ਕੀਤੀ। ਮੁਲਤਾਨ ਗਏ ਤੇ ਮੁਲਤਾਨ ਪੀਰਾਂ ਦਾ ਭਰਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਗਏ ਤਾਂ ਇਹਨਾਂ ਨੇ ਕੀ ਕੀਤਾ, ਇੱਕ ਦੁੱਧ ਦਾ ਕਟੋਰਾ ਭਰ ਕੇ ਗੁਰੂ ਸਾਹਿਬ ਵੱਲ ਭੇਜਿਆ ਵੀ ਇੱਥੇ ਤਾਂ ਪਹਿਲਾਂ ਹੀ ਪੀਰ ਬਹੁਤ ਨੇ, ਤੁਸੀਂ ਹੁਣ ਜਾਓ ਇੱਥੋਂ। ਬਾਬੇ ਨੇ ਉਸੇ ਵੇਲੇ ਦੁੱਧ ਦੇ ਉੱਤੇ ਚਮੇਲੀ ਦਾ ਫੁੱਲ ਏਦਾਂ ਰੱਖ ਦਿੱਤਾ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਆਪਣੀ ਮਹਿਕ ਦੇਣ ਆਏ ਆ, ਇੱਥੇ ਰਹਿਣ ਨਹੀਂ ਆਏ, ਤੁਹਾਡੇ ਨਾਲ ਦਾਵਾ ਕਰਨ ਨਹੀਂ ਆਏ। ਫਕੀਰ ਨੇ ਇੱਥੇ, ਪੀਰ ਨੇ ਇੱਥੇ, ਪਰ ਅਸੀਂ ਉਹਨਾਂ ਵਿੱਚ ਆਪਣੀ ਸੁਗੰਧੀ ਤੇ ਮਹਿਕ ਛੱਡਣ ਆਏ ਆ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਨਾਲ ਗੋਸ਼ਤਾਂ ਕੀਤੀਆਂ, ਕਿਸੇ ਦੀ ਕੋਈ ਤਦਬੀਰ ਨਹੀਂ ਛੱਡੀ, ਕਿਸੇ ਦਾ ਕੋਈ ਸ਼ੰਕਾ ਸੰਦੇਹ ਨਹੀਂ ਸਤਿਗੁਰਾਂ ਨੇ ਰਹਿਣ ਦਿੱਤਾ। ਚੋਪਈ ਐਸੇ ਔਰ ਕਹਾਂ ਲਗ ਗਨੀਏ। ਕਹਿੰਦੇ ਐਸੇ ਕਿੰਨੇ ਕੁ ਕੌਤਕ ਨੇ ਗੁਰੂ ਨਾਨਕ ਸਾਹਿਬ ਦੇ, ਕਿੰਨੇ ਕੁ ਪੀਰਾਂ ਨੂੰ ਗੁਰੂ ਨਾਨਕ ਸਾਹਿਬ ਮਿਲੇ ਨੇ, ਉਹਨਾਂ ਦੀ ਗਿਣਤੀ ਕਿੱਥੋਂ ਤੱਕ ਗਿਣੀਏ। ਪਹੁੰਚੇ ਤਾਂ ਸਿੱਧ ਜੈ ਸੁਣੀਏ। ਜਿੱਥੇ ਜਿੱਥੇ ਵੀ ਕੋਈ ਸਿੱਧ ਸੁਣਿਆ ਗੁਰੂ ਨਾਨਕ ਸਾਹਿਬ ਉੱਥੇ ਪਹੁੰਚ ਗਏ। ਸੁਮੇਰ ਪਰਬਤ ਤੇ ਜਾ ਪਹੁੰਚੇ, ਉੱਥੇ ਸਿੱਧਾਂ ਨਾਲ ਗੋਸ਼ਟ ਕੀਤੀ, ਉੱਥੇ ਸਿੱਧਾਂ ਨਾਲ ਚਰਚਾ ਹੋਈ। ਉਨਕੀ ਸਿੱਧੀ ਦੇਖ ਦਿਖਾਏ। ਉਹਨਾਂ ਦੀਆਂ ਸਿੱਧੀਆਂ ਵੇਖੀਆਂ ਤੇ ਆਪਣੀ ਸਿੱਧੀ ਵੀ ਵਿਖਾਈ ਉਹਨਾਂ ਨੂੰ ਵੀ ਸਾਡੇ ਕੋਲ ਕਿਹੜੀ ਸਿੱਧੀ ਹੈ। ਸ਼ਬਦ ਸਿੱਧੀ ਸੀ ਮੇਰੇ ਸਾਹਿਬ ਜੀ ਦੇ ਪਾਸ, ਉਸ ਸ਼ਬਦ ਦੀ ਸਿੱਧੀ ਨਾਲ ਵੱਡੇ ਵੱਡੇ ਸਿੱਧਾਂ ਨੂੰ ਜਿੱਤ ਲਿਆ। ਮਰਦਾਨਾ ਆਖੇ ਮਹਾਰਾਜ ਆਉਂਦੇ ਆ ਤੁਹਾਡੇ ਨਾਲ ਚਰਚਾ ਜੀ ਕਰਦੇ ਆ ਬਹਿ ਕੇ, ਇੱਕ ਜਾਂਦਾ ਦੂਜਾ ਆ ਜਾਂਦਾ, ਦੂਜਾ ਜਾਂਦਾ ਤੀਜਾ ਆ ਜਾਂਦਾ, ਇਹਨਾਂ ਨਾਲ ਮਗਜਮਾਰੀ ਕਰੀ ਜਾਂਦੇ ਆ ਵੀ ਮੈਨੂੰ ਹੁਕਮ ਕਰੋ, ਇਹ ਜਿਹੜੇ ਆਉਂਦੇ ਆ ਬਾਰ-ਬਾਰ ਤੁਹਾਡੇ ਵੱਲ ਚਰਚਾ ਕਰਨ ਤੇ ਇਹਨਾਂ ਨੂੰ ਇੱਕ ਦੋਹਾਂ ਨੂੰ ਫੜ ਕੇ ਮੈਂ ਪੁੱਠਾ ਟੰਗ ਦਿਆਂ। ਇੱਕ ਦੋਹਾਂ ਨੂੰ ਸੋਧਾ ਜਿਹਾ ਲਾਇਆ ਹੋਵੇਗਾ ਤੇ ਦੂਜੇ ਆਪੇ ਨਹੀਂ ਆਉਣ ਲੱਗੇ। ਪਾਤਸ਼ਾਹ ਕਹਿੰਦੇ ਮਰਦਾਨਿਆ ਇੱਥੇ ਚਰਚਾ ਸ਼ਬਦ ਦੀ ਆ, ਸ਼ਬਦ ਦੇ ਨਾਲ ਹੀ ਚਰਚਾ ਕਰਾਂਗੇ। ਇੱਥੇ ਸਰੀਰਕ ਵੱਲ ਨਹੀਂ ਅਸੀਂ ਲਾਉਣਾ, ਜਦੋਂ ਉਹਦੀ ਲੋੜ ਹੋਵੇਗੀ ਉਹ ਵੀ ਕਰਾਂਗੇ, ਪਰ ਇੱਥੇ ਕੇਵਲ ਸ਼ਬਦ ਦੀ ਚਰਚਾ ਹੈ। ਜਿਨ੍ਹਾਂ ਨਾਲ ਸਿੱਧੀ ਮਹਾਰਾਜ ਜੀ ਨੇ ਕੀਤੀ, ਸਿੱਧੀ ਵੇਖੀ ਉਹਨਾਂ ਸਿੱਧਾਂ ਦੀ, ਫਿਰ ਆਪਣੀ ਸਿੱਧੀ ਵੀ ਵਿਖਾਈ। ਝੂਠ ਛੁਡਾਵੇਂ ਸੱਚ ਦੇ ਲਾਏ। ਔਰ ਝੂਠ ਛਡਾ ਕੇ ਉਹਨਾਂ ਕੋਲੋਂ ਮਹਾਰਾਜ ਜੀ ਨੇ ਉਹਨਾਂ ਨੂੰ ਸੱਚ ਨਾਲ ਜੋੜਿਆ। ਆਖਿਆ ਸੱਚ ਦੇ ਧਾਰਨੀ ਹੋਵੋ, ਆ ਕਿਹੜੇ ਝੂਠਾਂ ਦੇ ਉਲਝੇਵਿਆਂ ਵਿੱਚ, ਰਿੱਧੀਆਂ ਸਿੱਧੀਆਂ ਦੇ ਉਲਝੇਵਿਆਂ 'ਚ ਉਲਝੇ ਹੋਏ ਹੋ। ਦੋਹਰਾ ਇਮ ਕਰ ਸੈਲ ਪੰਜਾਬ ਕੀ ਲੀਨੋ ਲੋਕਪਤੀ ਆਏ। ਇਹ ਤਾਂ ਪੂਰੇ ਪੰਜਾਬ ਭਰ ਦੀ ਸੈਲ ਮਹਾਰਾਜ ਜੀ ਨੇ ਕੀਤੀ। ਉਦੋਂ ਇਹ ਮੁਲਤਾਨ ਪਸ਼ਾਵਰ ਤੱਕ ਦਾ ਸਾਰਾ ਇਲਾਕਾ ਪੰਜਾਬ ਵਿੱਚ ਸੀ, ਹੁਣ ਵੀ ਲਹਿੰਦੇ ਪੰਜਾਬ ਵੱਲ ਗਿਣਿਆ ਜਾਂਦਾ ਹੈ। ਮਹਾਰਾਜ ਜੀ ਸਾਰੇ ਪੰਜਾਬ ਦਾ ਹੀ ਤਕਰੀਬਨ ਭਰਮਣ ਕੀਤਾ। ਬੜੇ ਲੋਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਰਤਾਵਾ ਦਿੱਤਾ। ਕਿਤ ਸੁੰਦਰ ਧਰਮਸਾਲ ਕਰ ਨਿਜ ਨਿਜ ਧਰਮੋ ਲਾਏ। ਬਹੁਤ ਥਾਵਾਂ ਤੇ ਸੋਹਣੀਆਂ ਧਰਮਸ਼ਾਲਾਵਾਂ ਬਣਵਾਈਆਂ, ਸਿੱਖਾਂ ਆਪ ਬਣਾਈਆਂ ਧਰਮਸ਼ਾਲਾਵਾਂ, ਔਰ ਉਹਨਾਂ ਨੂੰ ਆਪੋ ਆਪਣੇ ਧਰਮ ਦੇ ਵਿੱਚ ਲਾਇਆ। ਸਭੀ ਹਕੀਕਤ ਉਹਨੇ ਕੀ ਇਹਾਂ ਲਿਖੀਓ ਨਾਏ। ਕਹਿੰਦੇ ਉਹ ਸਾਰੀ ਹਕੀਕਤ ਮੈਂ ਸਤਿਗੁਰਾਂ ਦੀ ਇੱਥੇ ਨਹੀਂ ਲਿਖੀ,
ਜਨਮ ਸਾਖੀ ਪੁਰਾਤਨੋ ਦੇਖੋ ਜਿਸੋ ਏ ਜਾਏ। ਜਿਹਦੇ ਮਨ ਵਿੱਚ ਇੱਛਾ ਹੈ ਵੀ ਗੁਰੂ ਨਾਨਕ ਸਾਹਿਬ ਦੀ ਸਾਖੀ ਵੇਖਣੀ ਹੈ, ਉਹ ਪੁਰਾਤਨ ਜਨਮ ਸਾਖੀ ਗੁਰੂ ਨਾਨਕ ਸਾਹਿਬ ਦੀ ਵੇਖ ਲਓ। ਉਹਦੇ ਚੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਇਹ ਸਾਰਾ ਇਤਿਹਾਸ ਜਿਹੜਾ ਉਹ ਮਿਲ ਜਾਏਗਾ। ਕਹਿੰਦੇ ਮੈਂ ਤਾਂ ਟੂਕ ਮਾਤਰ ਕੇਵਲ ਸੰਖੇਪ ਦੇ ਵਿੱਚ ਵਰਣਨ ਕਰਦਾ ਜਾ ਰਿਹਾ ਹਾਂ ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ। ਆਉਣ ਵਾਲੇ ਸਮੇਂ ਵਿੱਚ ਪ੍ਰਸੰਗਾਂ 'ਚ ਆਪ ਜੀ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਤੇਰਾ ਕੀਆ ਮੀਠਾ ਲਾਗੈ, 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 ਤੇਰਾ ਕੀਆ ਮੀਠਾ ਲਾਗੈ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਵੇਕ, ਹੈ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਸੰਤਹ ਕੈ ਸਦਾ ਸੰਗ, ਧਾਰਾ ਆਧਾਰ, ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਕੋਈ ਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਓਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।